बोले सोने हाल सासवी अकाल। सतनाम श्री वाहे गुरु जी गुरु गरीब नवाज जियो। जीता समुंद सागर नीर भरिया तेते अगण हमारे दया करो। दया करो किछ मेरे उपावो डुबदे पत्थर तारे तेरे कवन कवन गुण कह गावा तू साहेब गुणी निधाना तुम्हारी महिमा
सतनाम श्री वाहेगुरु जी।
घुट घुट नाल गले ते लावे हर कोई पुत्रा नो आज्ञा पई अकाल की तबै चलायो पंथ सब सिखण को हुक्म है गुरु मान्यो ग्रंथ। गुरु ग्रंथ जी मान्यो प्रगट गुरां की देह जो प्रभ को मिल बोच है खोज शब्द में लिख। ये दोहरा असी रोजाना ही सिख चाहे देश विच वसदा है ते चाहे विदेश विच वसदा है, दुनिया के किसी भी कोने विच गुरु ग्रंथ साहब जी नूं मनण वाला हर एक सिख हर रोज बुलंद करदा है अरदास तो बाद। पर विचारन वाली गल यह है भी इसके अर्थ किन्ने क डीपली जाते हैं, किन्ने क डूंघाई तक जाते हैं, कदी असी विचारन का यतन किया। सब सिखण को हुक्म है गुरु मान्यो ग्रंथ। बेनती नहीं की, तरला नहीं मारिया गया, दसम पातशाह ने हुक्म किया सिखां नूं। हुण तुसीं आखोगे भी असीं ते गुरु ग्रंथ साहब नूं सारे मानते हैं। बस इत्थे एक नुकता है छोटा जिहा जिहड़ा खोलण वाला। मैं बेनती पता क्यों की, आरंभता दे विच मेरे सामने टाइम पीस दे नाल एक जरूरी बेनती लिखी गई है। ਉਹਦੇ ਉੱਪਰ बड़ा सोहना लिखा है कि स्टेज तो बोलण वाले हर बुलारे नूं हाथ जोड़ के बेनती है कि समय की कदर करो, बड़ा जरूरी है। उस तो बाद उन्होंने एक बड़ी वड्डी गल लिखी है कि अपनियां अते प्रबंधकां दीयां वडियाइयां विच कीमती समा जाया ना किया जाए। गुस्ताखी माफ शायद हो सकता है शब्द स्टेज के सामने ना लियाने होण ते, पर मैं ले आंदी। मैं इसकी तुहानूं डूंघाई तक खड़ लगा। बड़े मुबारक मैं प्रबंधकों का इस गलों धन्यवाद करदा क्योंकि उन्होंने लिखा भी है। वैसे प्रबंधकों की वडियाई नहीं
ਪਰ ਇਹ ਸੂਝਵਾਨਾਂ ਦੀ ਗੱਲ ਹੈ। ਉਹਨਾਂ ਨੇ ਅੱਗੇ ਵੀ ਲਿਖਿਆ ਕਿ ਸਮਾਂ ਜਾਇਆ ਨਾ ਕੀਤਾ ਜਾਵੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ, ਕੇਵਲ ਸੱਚ ਤੇ ਪਹਿਰਾ ਦਿੰਦੇ ਹੋਏ ਥੋੜੇ ਸਮੇਂ ਵਿੱਚ ਹੀ ਸੰਗਤਾਂ ਨਾਲ ਜ਼ਿਆਦਾ ਵਿਚਾਰਾਂ ਦੀ ਸਾਂਝ ਪਾ ਕੇ ਧੰਨਵਾਦੀ ਬਣਾਓ ਜੀ। ਇਹ ਪ੍ਰਬੰਧ ਪਤਾ ਕਿੰਨਾ ਕੀਤਾ? ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਪਿੰਡ ਕੁਲਾਰ ਅਤੇ ਨਗਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ। ਮੈਂ ਜਿੱਥੇ ਕੁ ਬੇਨਤੀ ਛੱਡੀ ਸੀ ਉੱਥੋਂ ਕੁ ਤੋਰ ਕੇ ਤੇ ਮੈਂ ਫਤਿਹ ਦੀ ਸਾਂਝ ਪਾਉਣ ਲੱਗਾ, ਕਿਉਂਕਿ ਸਮਾਂ ਮੈਂ ਬਹੁਤਾ ਆਸੇ ਪਾਸੇ ਨਹੀਂ ਖੜਨਾ। ਜਿਹੜਾ ਵਿਸ਼ਾ ਮੈਨੂੰ ਦਿੱਤਾ ਹੈ ਨਾ, ਬੜੀ ਗਹਿਰਾਈ ਮੰਗਦਾ ਹੈ, ਬੜਾ ਸਮਾਂ ਮੰਗਦਾ ਹੈ। ਮੈਂ ਥੋੜੇ ਸਮਝ ਕਹਿਣ ਦਾ ਯਤਨ ਕਰਾਂ। ਖੈਰ, ਅਸੀਂ ਸਾਰੇ ਵਿਚਾਰਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਾਰੇ ਹੀ ਮੰਨਦੇ ਹਾਂ, ਕਿਉਂਕਿ ਸਿੱਖ ਹਾਂ। ਪਰ ਨੁਕਤਾ ਇੱਥੇ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਸਾਰੇ ਮੰਨਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕੌਣ ਕੌਣ ਮੰਨਦਾ? ਫਰਕ ਇੱਥੇ ਕਾ ਕੇ ਪੈ ਜਾਂਦਾ। ਮੰਨਦੇ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਆ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਕੌਣ ਕੌਣ ਮੰਨਦਾ ਏ? ਆ ਤੁਹਾਡੇ ਵਿੱਚੋਂ ਤੇ ਨਜ਼ਰ ਮਾਰ ਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਤੁਸੀਂ ਰੰਗ ਰਤਨੀਆਂ ਰੂਹਾਂ ਬੈਠੀਆਂ ਹੋ, ਪਰ ਦੂਰ ਵਿਦੇਸ਼ਾਂ ਵਿੱਚ ਅਕਾਲ ਚੈਨਲ, ਸੁਰਖਾਬ ਟੀਵੀ, ਰਹਿਮਤ ਚੈਨਲ ਦੇ ਦੁਆਰਾ ਬਹੁਤ ਵਿਦੇਸ਼ਾਂ ਵਿੱਚ ਵੀ ਜਾ ਰਿਹਾ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤੇ ਅਸੀਂ ਜ਼ਰੂਰ ਮੰਨੀਏ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਮੰਨਣੀ ਸ਼ੁਰੂ ਕਰ ਦਈਏ, ਤਾਂ ਕਿ ਸਾਡਾ ਦੁਨੀਆ ਤੇ ਆਉਣਾ ਹੋਇਆ ਸਫਲਾ ਹੋ ਜਾਵੇ। ਜਿਸ ਸੱਚ ਦੀ ਕਸਵੱਟੀ ਦੇ ਪਾਤਸ਼ਾਹ ਸਾਨੂੰ ਲਿਆਉਣਾ ਚਾਹੁੰਦੇ ਨੇ, ਅਸੀਂ ਉਸ ਗੁਰਮਤਿ ਦੇ ਪਾਂਧੀ ਬਣ ਸਕੀਏ। ਮਨ ਨਿਹਾਇਤ ਪ੍ਰਸੰਨ ਹੈ ਆਪ ਜੀ ਦੇ ਦਰਸ਼ਨ ਦਿਦਾਰੇ ਕਰਕੇ। ਫਤਿਹ ਦੀ ਅਰਜ਼ ਕਰ ਲੱਗਾ ਹਾਂ। ਕੋਈ ਵੀ ਰਸਨਾ ਵਾਂਝੀ ਨਾ ਰਹਿਣ ਦਿਓ। ਜਿੰਨੇ ਵੀ ਤੁਸੀਂ ਜੁੜ ਬੈਠੇ ਹੋ, ਇਕਾਗਰਤਾ ਤੁਹਾਡੀ ਬਣੀ ਹੈ। ਜਿੱਥੇ ਵੀ ਕੋਈ ਮਾਈ ਭਾਈ ਸੇਵਾ ਕਰ ਰਿਹਾ, ਸਤਿਕਾਰਯੋਗ ਹੈ। ਲਾਊਡ ਸਪੀਕਰ ਦੂਰ ਤੱਕ ਨੇ, ਵਿਦੇਸ਼ਾਂ ਵਿੱਚ ਵੀ ਆਵਾਜ਼ ਪਹੁੰਚ ਰਹੀ ਹੈ। ਇਸ ਮਾਧਿਅਮ ਸੋਸ਼ਲ ਨੈਟਵਰਕ ਦੇ ਰਾਹੀਂ ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ, ਆਪਣੀ ਹਾਜ਼ਰੀ ਲਗਵਾਉਂਦੇ ਸਮੇਂ ਮਹਿਸੂਸ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਅਸੀਂ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਵਾਉਣ ਲੱਗੇ ਹਾਂ। ਦੋਨੋਂ ਹੱਥ ਜੋੜੋ, ਮਾਰੋ ਚੌਂਕੜੇ, ਅਦਬ ਸਤਿਕਾਰ ਸਹਿਤ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ, ਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਮੇਰੇ ਕੋਲ ਲਗਭਗ 54 ਮਿੰਟ ਦਾ ਬਚਿਆ ਹੈ। ਮੈਂ ਇਸ ਦੇ ਵਿੱਚ ਸਮਾਪਤੀ ਵੀ ਕਰਨੀ ਹੈ ਤੇ ਪ੍ਰਸੰਗ ਵੀ ਕਹਿਣਾ, ਤਾਂ ਮੈਨੂੰ ਹੁਕਮ ਹੋਰ ਵੀ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਨੇ ਲਗਾਏ ਨੇ, ਮੈਂ ਉਹ ਵੀ ਹੁਕਮ ਵਜਾਉਣੇ ਨੇ। ਕੋਈ ਲਾਂਬੇ ਦੀ ਵਿਚਾਰ ਨਹੀਂ, ਸੁਰਤੀ ਖੜੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਵਿਸ਼ਾ ਮੈਨੂੰ ਉਹਨਾਂ ਮੌਜੂਦਾ ਸਮੇਂ ਦਾ ਬੇਸ਼ੱਕ ਦਿੱਤਾ, ਪਰ ਆਪ ਜੀ ਦੇ ਮਨ ਵਿੱਚ ਵਿਚਾਰ ਪੈਦਾ ਹੋਵੇਗਾ। ਗੱਲ ਮੈਂ ਨਿਰੰਕਾਰੀ ਕਾਂਡ ਦੀ ਕਰਨਾ ਚਾਹੁੰਦਾ ਹਾਂ। ਗੱਲ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਸ਼ੁਰੂ ਕਰ ਲੱਗਾ। ਕਾਰਨ ਕੀ? ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਸਜਿਆ ਹੋਇਆ ਤੇ ਉੱਤੇ ਇੱਕ ਸਿੱਖ ਖਲੋਤਾ ਹੈ। ਉਹ ਸਿੱਖ ਦਾ ਨਾਂ ਹੈ ਗੁਰੂ ਸਹਾਏ ਬਾਹਰੀ। ਉਸਦੇ ਨਾਲ ਇੱਕ ਸਿੱਖ ਹੋਰ ਖਲੋਤਾ ਹੈ ਤੇ ਉਹ ਸਿੱਖ ਦਾ ਨਾਂ ਹੈ ਭਾਈ ਭਗਵਾਨ ਸਿੰਘ। ਉਹ ਭਾਈ ਭਗਵਾਨ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਘਰ ਦਾ ਖਜ਼ਾਨਚੀ ਹੈ। ਬੜੀ ਵੱਡੀ ਸੇਵਾ ਉਹਦੇ ਕੋਲ। ਉਸ ਭਾਈ ਭਗਵਾਨ ਸਿੰਘ ਦੇ ਨਾਲ ਖਲੋਤਾ ਹੈ ਉਹਦਾ ਸਪੁੱਤਰ ਸਰਦਾਰ ਵਿਸਾਖਾ ਸਿੰਘ, ਤੇ ਦੂਸਰੇ ਪਾਸੇ ਜਿਹੜਾ ਸਿੱਖ ਪਹਿਲਾਂ ਖਲੋਤਾ, ਜਿਸ ਦੀ ਮੈਂ ਗੱਲ ਕਰ ਰਿਹਾ, ਉਹਦੇ ਲਾਗੇ ਵੀ ਉਸਦਾ ਇੱਕ ਸਪੁੱਤਰ ਖਲੋਤਾ ਹੈ। ਗੁਰੂ ਸਹਾਏ ਦਾ ਪੁੱਤਰ ਹੈ ਰਾਮ ਸਹਾਏ। ਆਪਸ ਵਿੱਚ ਚੌਹਾਂ ਜਾਣਿਆਂ ਦੀ ਗੱਲਬਾਤ ਹੋਈ। ਗੱਲਬਾਤ ਇੰਨੀ ਪਿਆਰ ਦੇ ਵਿੱਚ ਹੋਈ। ਗੱਲਬਾਤ ਇਹ ਸੱਜਣਤਾਈ ਸੀ। ਗੁਰੂ ਦੇ ਘਰ ਵਾਲੇ ਪ੍ਰੇਮ ਪਿਆਰ ਵਾਲੇ ਸਨ। ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਗੁਰਸਿੱਖ ਮੀਤ ਸਨ। ਗੱਲ ਏਡੇ ਲਹਿਜੇ, ਏਡੇ ਅਦਬ ਵਿੱਚ ਹੋਈ ਕਿ ਦੋਵਾਂ ਪਰਿਵਾਰਾਂ ਦੀ ਰਿਸ਼ਤੇਦਾਰੀ ਹੋ ਗਈ। ਹੁਣ ਰਿਸ਼ਤੇਦਾਰੀ ਕਿਵੇਂ ਹੋ ਗਈ? ਭਾਈ ਵਿਸਾਖਾ ਸਿੰਘ ਦੀ ਧੀ ਹੈ ਬੀਬੀ ਲਡਿੱਕੀ, ਤੇ ਰਾਮ ਸਹਾਏ ਜੀ ਦੇ ਨਾਲ ਉਸ ਦਾ ਆਨੰਦ ਕਾਰਜ ਕਰ ਦਿੱਤਾ ਗਿਆ। ਰਾਮ ਸਹਾਏ ਜੀ ਦੇ ਘਰ ਕੁਝ ਸਮੇਂ ਬਾਅਦ ਇੱਕ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਰੱਖਿਆ ਗਿਆ ਦਿਆਲ ਜੀ। ਇਹ ਦਿਆਲ ਜੀ ਕੌਣ ਹਨ? ਇਹ ਦਿਆਲ ਜੀ ਸਨ 1783 ਦੇ ਵਿੱਚ ਜਨਮੇ। ਇਹ ਸ਼ੇਰੇ ਪੰਜਾਬ ਦੇ ਸਮੇਂ ਵਿੱਚ ਵੀ ਰਹੇ। ਸਰੀਰ ਕਰਕੇ ਨੀਅਰ ਅਬਾਊਟ
1855 ਦੇ ਵਿੱਚ ਇਹਨਾਂ ਅਕਾਲ ਚਲਾਣਾ ਕੀਤਾ। ਜਦੋਂ ਇਹ ਪੈਦਾ ਹੋਏ ਤੇ ਬਚਪਨ ਵਿੱਚ ਮਾਂ ਲੜਿੱਕੀ ਨੇ ਏਡੀ ਸਿੱਖਿਆ ਦਿੱਤੀ ਕਿ ਬੇਟਾ ਕਦੀ ਵੀ ਅਕਾਲ ਪੁਰਖ ਦੇ ਨਾਮ ਨੂੰ ਭੁਲਾਉਣਾ ਨਹੀਂ। ਕਰੋੜਾਂ ਵਾਰ ਵਾਹਿਗੁਰੂ ਕਿਹਾ, ਜਿੰਨੇ ਮਨ ਦੇ ਪਾਪ ਕੱਟੇ ਜਾਂਦੇ ਨੇ। ਜੇ ਸੁਰਤੀ ਜੁੜੀ ਹੋਵੇ ਤੇ ਇੱਕ ਵਾਰ ਵਾਹਿਗੁਰੂ ਕਹਿਣ ਦੇ ਨਾਲ ਵੀ ਕਰੋੜਾਂ ਪਾਪ ਕੱਟੇ ਜਾਂਦੇ ਨੇ। ਮਾਤਾ ਲੜਿੱਕੀ ਦੀ ਸਿੱਖਿਆ ਇੰਨੀ ਚੜੀ ਇਸ ਬੱਚੇ ਦੇ ਉੱਤੇ, ਇਸ ਦਿਆਲ ਜੀ ਉੱਤੇ। ਜਦੋਂ ਇਹਨਾਂ ਸੁਰਤ ਸੰਭਾਲੀ, ਇਹਨਾਂ ਵਾਹਿਗੁਰੂ ਤੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਹਰ ਵਕਤ ਆਪਣੀ ਰਸਨਾ ਤੋਂ ਬੋਲਦੇ ਨੇ, ਧੰਨ ਨਿਰੰਕਾਰ, ਧੰਨ ਨਿਰੰਕਾਰ। ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਨਿਰੰਕਾਰੀ ਨੂੰ ਯਾਦ ਕਰਦੇ ਨੇ। ਇਹ ਧੰਨ ਨਿਰੰਕਾਰ ਕਹਿਣ ਕਰਕੇ ਜਿਹੜੀ ਇਹਨਾਂ ਦੀ ਸੰਗਤ ਸੀ, ਜਿਹੜੇ ਇਹਨਾਂ ਨੂੰ ਚਾਹਣ ਵਾਲੇ ਸੀ, ਉਹਨਾਂ ਨੇ ਇਹਨਾਂ ਨੂੰ ਨਿਰੰਕਾਰੀ ਕਹਿਣਾ ਸ਼ੁਰੂ ਕਰ ਦਿੱਤਾ। ਜਿੱਥੋਂ ਨਿਰੰਕਾਰੀ ਮਿਸ਼ਨ ਦਾ ਆਰੰਭ ਹੋਇਆ। ਨਿਰੰਕਾਰੀ ਮਿਸ਼ਨ ਚੱਲਿਆ ਕਿੱਥੋਂ? ਅਸਲੀ ਨਿਰੰਕਾਰੀ ਤੇ ਨਕਲੀ ਨਿਰੰਕਾਰੀ ਦੋਨਾਂ ਵਿੱਚ ਕੀ ਡਿਫਰੈਂਸ ਹੈ, ਕਿੰਨਾ ਕੁ ਫਰਕ ਹੈ, ਮੈਂ ਇਹੀ ਤੁਹਾਡੇ ਸਾਹਮਣੇ ਕਹਿ ਕੇ ਤੇ ਢਾਡੀ ਸਿੰਘਾਂ ਨੂੰ ਤੁਹਾਡੇ ਸਾਹਮਣੇ ਹਾਜ਼ਰ ਕਰਨਾ ਹੈ। ਬਾਬਾ ਦਿਆਲ ਜੀ ਦਾ ਇੱਕ ਮਿਸ਼ਨ ਆਰੰਭ ਹੋ ਗਿਆ, ਧੰਨ ਨਿਰੰਕਾਰੀ। ਤੇ ਨਿਰੰਕਾਰੀ ਮਿਸ਼ਨ ਚੱਲਦਾ ਚੱਲਦਾ ਆਪਣੇ ਸਿਖਰਾਂ ਨੂੰ ਛੋਹ ਰਿਹਾ ਸੀ। ਉਸ ਵਕਤ ਜਦੋਂ ਇਸ ਦੇਸ਼ ਦੇ ਵਿੱਚ ਮੂਰਤੀ ਪੂਜਾ ਬੜੀ ਸੀ, ਬੁੱਤ ਪ੍ਰਸਤ ਬੜੇ ਲੋਕ ਸਨ। ਜਦੋਂ ਕਰਮ ਕਾਂਡਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਨੂੰ ਢਾਲ ਲਿਆ, ਕਿਉਂਕਿ ਜਿਹੋ ਜਿਹਾ ਵਾਤਾਵਰਨ ਹੋਵੇ ਬੰਦਾ ਉਹ ਜਿਹਾ ਢਲ ਜਾਂਦਾ ਹੈ। ਤੁਸੀਂ ਗੁਰੂ ਘਰ ਆਉਣਾ ਹੋਵੇ ਨਾ, ਗੁਸਤਾਖੀ ਮਾਫ। ਤੁਸੀਂ ਕਿਸੇ ਸੱਜਣ ਨੂੰ ਕਹੋ ਭਾਈ ਚੱਲ ਚੱਲੀਏ, ਅੱਜ ਕੁਲਾਰ ਨਗਰ ਦੀ ਧਰਤੀ ਤੇ ਬੜਾ ਸੋਹਣਾ ਗੁਰਮਤਿ ਸਮਾਗਮ ਹੈ, 3 ਰੋਜ਼ਾ ਸਮਾਗਮ ਰੱਖਿਆ ਗਿਆ, ਤੇ ਸ਼ਾਇਦ ਤੁਹਾਡੇ ਨਾਲ ਕੋਈ ਚੱਲਣ ਨੂੰ ਤਿਆਰ ਨਾ ਹੋਵੇ। ਠੰਡ ਬੜੀ ਹੈ, ਸਵੇਰੇ ਕੰਮ ਤੇ ਵੀ ਜਾਣਾ ਹੈ, ਨਹੀਂ ਸਮਾਂ। ਤੇ ਇੱਥੇ ਪਖੰਡਵਾਦ ਕਿਸੇ ਪਖੰਡੀ ਕੋਲ, ਅਖੌਤੀ ਸਾਧ ਕੋਲ ਜਾਣਾ ਹੋਵੇ ਨਾ, ਪਾਣੀ ਵਿੱਚ ਥੁੱਕ ਪਵਾ ਕੇ ਘਰੇ ਲਿਆ ਕੇ ਬੱਚਿਆਂ ਨੂੰ ਉਹਦਾ ਜੂਠਾ ਪਿਆਉਣਾ ਹੋਵੇ, ਤੇ ਬਸ ਕਿਸੇ ਨੂੰ ਸੁਲਾ ਮਾਰਨ ਦੀ ਲੋੜ ਨਹੀਂ। ਜੇ ਅਗਲਾ ਇੰਨਾ ਹੀ ਪੁੱਛ ਲਵੇ ਨਾ ਵੀ ਭਾਈ ਕਿੱਥੇ ਚੱਲਿਆ ਹੈ, ਤੇ ਕਹਿ ਦਵੇ ਫਲਾਣੇ ਪਿੰਡ ਵਿੱਚ ਇੱਕ ਪਖੰਡੀ ਬੈਠਾ ਹੈ, ਉਹ ਬਾਬਾ ਜੀ ਹਨ, ਉਹ ਬੜੀਆਂ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ, ਅਸੀਂ ਉਹਨਾਂ ਕੋਲੋਂ ਦੁੱਖ ਨਿਵਰਤ ਕਰਨ ਚੱਲੇ ਆ, ਤੁਹਾਨੂੰ ਉਹਨੂੰ ਕਹਿਣ ਦੀ ਲੋੜ ਨਹੀਂ, ਉਹ ਅਗਲਾ ਤੁਹਾਡੇ ਨਾਲੋਂ ਪਹਿਲਾਂ ਤਿਆਰ ਬੈਠਾ ਹੋਵੇਗਾ। ਫਰਕ ਕਿੱਥੇ ਕਾਕੇ ਪੈਂਦਾ? ਬੜਾ ਪ੍ਰਚਾਰ ਬਾਬਾ ਦਿਆਲ ਜੀ ਨੇ ਕੀਤਾ, ਧੰਨ ਨਿਰੰਕਾਰ। ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਨੂੰ ਦੁਨੀਆ ਵਿੱਚ ਆਰੰਭਿਆ। ਬੁੱਤ ਪ੍ਰਸਤ, ਬੁੱਤ ਪੂਜਾ ਨੂੰ ਖਤਮ ਕਰਕੇ, ਮੱਠਾਂ ਤੋਂ ਤੋੜ ਕੇ ਉਹਨਾਂ ਨੇ ਕੇਵਲ ਇੱਕ ਗੁਰੂ ਨਾਨਕ ਪਾਤਸ਼ਾਹ ਦੇ ਝੰਡੇ ਥੱਲੇ ਲੋਕਾਂ ਨੂੰ ਇਕੱਠਿਆਂ ਕਰਨ ਦਾ ਯਤਨ ਕੀਤਾ। ਅੱਗੇ ਇਹਨਾਂ ਦਾ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਰੱਖਿਆ ਗਿਆ ਬਾਬਾ ਦਰਬਾਰਾ ਸਿੰਘ। ਬਾਬਾ ਦਿਆਲ ਜੀ ਦੁਨੀਆ ਤੋਂ ਚਲੇ ਗਏ, ਇਸੇ ਮਿਸ਼ਨ ਨੂੰ ਅੱਗੇ ਵਧਾਇਆ ਬਾਬਾ ਦਰਬਾਰਾ ਸਿੰਘ ਨੇ। ਬਾਬਾ ਦਰਬਾਰਾ ਸਿੰਘ ਜੀ ਇਸ ਮਿਸ਼ਨ ਨੂੰ ਲੈ ਕੇ ਗਾਂ ਚੱਲੇ। ਇਹ ਬੜਾ ਦੁਨੀਆ ਭਰ ਦੇ ਵਿੱਚ ਫੈਲਣਾ ਸ਼ੁਰੂ ਹੋ ਗਿਆ, ਖਾਸ ਕਰਕੇ ਪੰਜਾਬ ਦੀ ਧਰਤੀ ਤੇ ਇਹਦੀਆਂ ਜੜ੍ਹਾਂ ਬੜੀ ਦੂਰ ਤੱਕ ਫੈਲ ਗਈਆਂ ਇਸ ਮਿਸ਼ਨ ਦੀਆਂ, ਕਿਉਂਕਿ ਕੇਵਲ ਇੱਕ ਨਿਰੰਕਾਰ ਦੀ ਗੱਲ ਕਰਦਾ ਸੀ। ਨਿਰੰਕਾਰੀ ਤੇ ਨਰਕਧਾਰੀ ਦੋ ਸ਼ਬਦ ਨੇ, ਦੋਵਾਂ ਦੇ ਅਰਥ ਤੁਸੀਂ ਸਮਝ ਲੈਣਾ, ਮੈਂ ਬਸ ਤੁਹਾਨੂੰ ਇਸ਼ਾਰਾ ਕਰਕੇ ਗਾਂ ਚੱਲਣਾ। ਬਾਬਾ ਦਰਬਾਰਾ ਸਿੰਘ ਜੀ ਤੋਂ ਬਾਅਦ ਇਹਨਾਂ ਦਾ ਪੁੱਤਰ ਅੱਗੇ ਚੱਲਿਆ ਬਾਬਾ ਰੱਤਾ ਜੀ। ਬਾਬਾ ਰੱਤਾ ਜੀ ਤੋਂ ਬਾਅਦ ਇਹਨਾਂ ਦਾ ਪੁੱਤਰ ਆਇਆ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦੇਵ ਸਿੰਘ ਨੇ ਇਸ ਮਿਸ਼ਨ ਨੂੰ ਆਰੰਭਿਆ। ਹੁਣ ਸੁਰਤੀ ਟਿਕਾਇਓ ਵੀ ਨਿਰੰਕਾਰੀ ਤੋਂ ਨਰਕਧਾਰੀ ਕਿੱਧਰ ਚੱਲਿਆ ਹੈ। ਇਹ ਨਿਰੰਕਾਰੀ ਮਿਸ਼ਨ, ਇਹ ਕੀ ਕਾਰਨ ਸੀ ਕਿ ਇਹਦੇ ਵਿੱਚੋਂ ਨਰਕਧਾਰੀ ਪੈਦਾ ਹੋ ਗਿਆ? ਬਾਬਾ ਗੁਰਦੇਵ ਸਿੰਘ ਜੀ ਨੇ ਬੜਾ ਜ਼ੋਰਦਾਰ ਪ੍ਰਚਾਰ ਦੁਨੀਆ ਦੇ ਵਿੱਚ ਕੀਤਾ। ਗੁਰੂ ਨਾਨਕ ਪਾਤਸ਼ਾਹ ਦੇ ਝੰਡੇ ਥੱਲੇ ਮਿਸ਼ਨ ਵਧਦਾ ਗਿਆ। ਪਰ ਉਸ ਵਕਤ ਇੱਕ ਉਸ ਦਾ ਬਾਪ ਬਿਸ਼ਨ ਸਿੰਘ, ਇਹ ਜਿਸ ਦੀ ਮੈਂ ਗੱਲ ਕਰਨ ਲੱਗਾ ਵੀ ਨਰਕਧਾਰੀ ਮਿਸ਼ਨ ਕਿਵੇਂ ਆਇਆ, ਇੱਕ ਆਦਮੀ ਜਿਹਦਾ ਨਾਮ ਬਿਸ਼ਨ ਸਿੰਘ ਹੈ, ਉਹ ਨਿਰੰਕਾਰੀ ਨੂੰ ਮੰਨਣ ਵਾਲਾ, ਉਹ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੈ, ਉਹ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੇ ਨਾਲ ਜੁੜਿਆ ਹੋਇਆ ਹੈ। ਉਹ ਕੇਵਲ ਨਿਰੰਕਾਰ ਦੀ ਪੂਜਾ ਕਰਦਾ, ਪਰ ਉਹਦੇ ਘਰ ਇੱਕ ਪੁੱਤਰ ਪੈਦਾ ਜਿਸ ਦਾ ਨਾਮ ਬੂਟਾ ਸਿੰਘ। ਬੂਟਾ ਸਿੰਘ ਕੀਰਤਨ ਕਰ ਲੈਂਦਾ ਸੀ। ਜਦੋਂ ਬਾਬਾ ਦਿਆਲ ਜੀ ਦੀ ਯਾਦ, ਸਾਲਾਨਾ ਯਾਦ ਰਾਵਲਪਿੰਡੀ ਮਨਾਈ ਜਾ ਰਹੀ ਸੀ, ਇਹ ਬੂਟਾ ਸਿੰਘ ਸ਼ਰਾਬ ਪੀ ਕੇ ਤੋਂ ਸਮਾਗਮ ਦੇ ਵਿੱਚ ਪਹੁੰਚ ਗਿਆ। ਆ ਨੋਟ ਕਰਨ ਵਾਲੀਆਂ ਗੱਲਾਂ ਮੈਂ ਪਹਿਲਾਂ ਬੇਨਤੀ ਕਰ ਦਵਾਂ, ਮੈਂ ਯਤਨ ਇਹ ਕਰਦਾ ਹੁੰਦਾ ਵੀ ਮੈਂ ਵਿਦਆਊਟ ਐਵੀਡੈਂਸ ਗੱਲ ਸਟੇਜ ਤੇ ਨਾ ਕਰਾਂ। ਜੇ ਤੁਸੀਂ ਇਸ ਬਾਰੇ ਜਾਣਕਾਰੀ ਲੈਣੀ ਹੋਵੇ ਨਾ, ਮੈਂ ਸਟੇਜ ਤੋਂ ਉਤਰਨਾ, ਤੁਸੀਂ ਪੁੱਛਣ ਦੇ ਹੱਕਦਾਰ ਹੋ।
ਜਿਹੜੀ ਜਿਹੜੀ ਗੱਲ ਮੈਂ ਕਰਾਂਗਾ ਗੁਰੂ ਕਿਰਪਾ ਕਰੇ ਮੈਂ ਉਹ ਪ੍ਰੂਫ ਦੇ ਨਾਲ ਤੁਹਾਡੇ ਸਾਹਮਣੇ ਕਹਿਣ ਦਾ ਯਤਨ ਕਰਾਂਗਾ। ਬੂਟਾ ਸਿੰਘ ਸ਼ਰਾਬ ਪੀ ਕੇ ਆ ਗਿਆ। ਬਾਬਾ ਗੁਰਦੇਵ ਸਿੰਘ ਜੀ ਨੇ ਆਖਿਆ ਤੂੰ ਗੁਰੂ ਦਰਬਾਰ ਵਿੱਚੋਂ ਬਾਹਰ ਨਿਕਲ ਜਾ, ਸ਼ਰਾਬ ਪੀ ਕੇ ਤੂੰ ਕੀਰਤਨ ਨਹੀਂ ਕਰ ਸਕਦਾ, ਤੂੰ ਗੁਰੂ ਨਾਨਕ ਦੇ ਨਾਮ ਨੂੰ ਬਦਨਾਮ ਕਰੇਗਾ। ਬੂਟਾ ਸਿੰਘ ਨੇ ਬੇਇੱਜ਼ਤੀ ਮਹਿਸੂਸ ਕੀਤੀ। ਇਥੋਂ ਨਿਕਲਿਆ ਤੇ ਇਹਨੇ ਇੱਕ ਲੋਕਾਂ ਵਿੱਚ ਪ੍ਰਚਾਰ ਕੀਤਾ। ਉਹਨੇ ਆਖਿਆ ਬਣੇ ਫਿਰਦੇ ਨੇ ਨਿਰੰਕਾਰੀ, ਪਰ ਹੁਣ ਮੈਂ ਨਿਰੰਕਾਰੀ ਇਹਨਾਂ ਨੂੰ ਬਣ ਕੇ ਵਿਖਾਵਾਂਗਾ। ਬੂਟਾ ਸਿੰਘ ਪਿਸ਼ੌਰ ਆਇਆ। ਪਿਸ਼ੌਰ ਇੱਕ ਡਬਲ ਰੋਟੀਆਂ ਵੇਚਦਾ, ਡਬਲ ਰੋਟੀਆਂ। ਉਹ ਬੰਦੇ ਦਾ ਨਾਮ ਹੈ ਅਵਤਾਰ ਸਿੰਘ। ਇਹਨੇ ਉਹਦੇ ਨਾਲ ਯਾਰੀ ਦੋਸਤੀ ਪਾਈ ਤੇ ਬੂਟਾ ਸਿੰਘ ਅੰਗਰੇਜ਼ਾਂ ਦੇ ਵਿੱਚ ਜਾਂਦਾ ਸੀ। ਜਦੋਂ ਅੰਗਰੇਜ਼ ਰਾਜ ਸੀ ਇੱਥੇ, ਉਹ ਅੰਗਰੇਜ਼ਾਂ ਦੇ ਵਿੱਚ ਜਾਂਦਾ ਤਾਂ ਉਹਨਾਂ ਦੀਆਂ ਬਾਹਾਂ ਤੇ ਫੁੱਲ ਬੂਟੇ ਪਾਉਣ ਦਾ ਕੰਮ ਕਰਦਾ ਹੈ, ਨਾਲ ਸ਼ਰਾਬ ਰੱਜ ਕੇ ਪੀਂਦਾ ਹੈ। ਸਿਆਣੇ ਕਹਿੰਦੇ ਨੇ ਜਿਹੋ ਜੀ ਰੂਹ ਉਹੋ ਜਿਹੇ ਫਰਿਸ਼ਤੇ। ਜਿੱਦਾਂ ਦਾ ਬੰਦਾ ਹੋਵੇ, ਮੈਂ ਅੱਗੇ ਬੇਨਤੀ ਕਰ ਚੁੱਕਾ, ਉਦਾਂ ਦੀ ਸੰਗਤ ਮਿਲ ਜਾਂਦੀ ਹੈ। ਦੋਨੋਂ ਸ਼ਰਾਬੀ ਕਬਾਬੀ ਇਕੱਠੇ ਹੋ ਗਏ ਤੇ ਇਹਨਾਂ ਨੇ ਆਖਿਆ ਅਸੀਂ ਵੀ ਇੱਕ ਮਿਸ਼ਨ ਆਰੰਭ ਕਰੀਏ। ਇਹ 1929 ਦੀ ਗੱਲ ਹੈ ਜਦੋਂ ਬੂਟਾ ਸਿੰਘ ਤੇ ਅਵਤਾਰ ਸਿੰਘ ਨੇ ਮਿਲ ਕੇ ਇੱਕ ਨਿਰੰਕਾਰੀ ਮਿਸ਼ਨ ਦੂਸਰਾ ਆਰੰਭਿਆ, ਜਿਸ ਨੂੰ ਅਸੀਂ ਅੱਜ ਨਰਕਧਾਰੀ ਕਹਿੰਦੇ ਆ। ਇਹ ਬੂਟਾ ਸਿੰਘ ਮਰ ਗਿਆ, ਇਹਦੀ ਆਪਣੀ ਔਲਾਦ ਵਿੱਚੋਂ ਕੋਈ ਨਹੀਂ। ਜਿਹੜਾ ਇਹਦਾ ਮਿੱਤਰ ਸੀ ਅਵਤਾਰ ਸਿੰਘ, ਉਸ ਅਵਤਾਰ ਸਿੰਘ ਨੇ ਆਪਣੇ ਮਿਸ਼ਨ ਨੂੰ ਆਰੰਭਿਆ ਤੇ ਇੱਕ ਉਸਨੇ ਕਿਸੇ ਕਵੀ ਦੀ ਰਚਨਾ ਲਈ। ਮੈਂ ਪੜ੍ਹ ਰਿਹਾ ਸੀ ਇੱਕ ਉਰਦੂ ਦਾ ਸ਼ਾਇਰ, ਖਾਲਸਾ ਕਾਲਜ ਜਦੋਂ ਮੈਂ ਉਰਦੂ ਦੀ ਪੜ੍ਹਾਈ ਕਰਨ ਜਾਣਾ ਹਾਂ, ਮੇਰੇ ਸਾਹਮਣੇ ਉੱਥੇ ਇੱਕ ਪੁਸਤਕ ਹੱਥ ਲੱਗੀ, ਉਹ ਅਵਤਾਰ ਬਾਣੀ ਦੇ ਉੱਤੇ ਲਿਖੀ ਹੋਈ ਹੈ। ਉਹਦੇ ਵਿੱਚ ਦੱਸਿਆ ਗਿਆ ਕਿ ਉਰਦੂ ਦੇ ਸ਼ਾਇਰ ਨੇ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਦਾ ਟੀਕਾ ਕੀਤਾ। ਹੂ ਬਹੂ ਉਹ ਜਪਜੀ ਸਾਹਿਬ ਦਾ ਟੀਕਾ ਤੇ ਸੁਖਮਨੀ ਸਾਹਿਬ ਦੇ ਟੀਕੇ ਨੂੰ ਥੋੜਾ ਜਿਹਾ ਭੰਨ ਤੋੜ ਕੇ ਜਿਹੜਾ ਉਸ ਉਰਦੂ ਦੇ ਸ਼ਾਇਰ ਨੇ ਕੀਤਾ, ਉਸੇ ਨੂੰ ਭੰਨ ਤੋੜ ਕੇ ਤੇ ਇਹਨੇ ਆਪਣੀ ਕਵਿਤਾ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਇਹਨੇ ਅਵਤਾਰ ਬਾਣੀ ਕਿਹਾ। ਉਹਦੇ ਵਿੱਚ ਬੜਾ ਕੁਝ ਲਿਖਿਆ, ਕਦੇ ਪੜ੍ਹਨੀ ਹੋਵੇ ਤੇ ਆਮ ਮਿਲ ਜਾਂਦੀ ਹੈ। ਉਹਦੇ ਵਿੱਚ ਬੜਾ ਕੁਝ ਲਿਖਿਆ ਗਿਆ ਕਿ ਅਵਤਾਰ ਸਿੰਘ ਰੱਬ ਦਾ ਰੂਪ ਹੈ। ਇਹੀ ਰੱਬ ਹੈ, ਜੇ ਕੋਈ ਮੁਕਤੀ ਚਾਹੁੰਦਾ ਹੈ, ਭੁਗਤੀ ਚਾਹੁੰਦਾ ਹੈ, ਜੁਗਤੀ ਚਾਹੁੰਦਾ ਹੈ, ਬਸ ਰੱਬ ਜੀ ਦੇ ਆ ਕੇ ਚਰਨ ਫੜ ਲਓ। ਬੜੇ ਵੱਡੇ ਇਸ ਨੇ ਗਲਤ ਕਾਰਨਾਮੇ ਕੀਤੇ, ਬੜੀਆਂ ਗਲਤ ਇਸ ਦੀਆਂ ਅਚੀਵਮੈਂਟਸ ਹਨ ਜਿਹੜੀਆਂ ਦੁਨੀਆ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਇਹਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰੇ ਸਾਜੇ ਤੇ ਮੈਂ ਵੀ 7 ਸਿਤਾਰੇ ਥਾਪਾਂਗਾ। ਇਹਨੇ ਕੀ ਉਹਦੇ ਵਿੱਚ ਲਿਖਿਆ ਮੈਂ ਸਟੇਜ ਤੋਂ ਨਹੀਂ ਬਿਆਨ ਸਕਦਾ, ਕਿਉਂਕਿ ਮੇਰੀਆਂ ਧੀਆਂ ਭੈਣਾਂ ਵੀ ਬੈਠੀਆਂ ਨੇ ਤੇ ਵਿਦੇਸ਼ਾਂ ਵਿੱਚ ਵੀ ਸੰਗਤ ਸੁਣਦੀ ਹੈ ਤੇ ਹਰ ਇੱਕ ਨੇ ਸੁਣਨਾ। ਖੈਰ, ਆਪਣੇ ਰਹਿਤਨਾਮੇ ਜਾਰੀ ਕੀਤੇ। ਇਥੋਂ ਤੱਕ ਜਿਹੜਾ ਇਹਦਾ ਪੁੱਤਰ ਪੈਦਾ ਹੋਇਆ, ਉਹਦਾ ਨਾਮ ਸੀ ਗੁਰਬਚਨਾ ਨਰਕਧਾਰੀਆ। ਤੁਸੀਂ ਸਮਝ ਗਏ ਹੋਗੇ ਮੈਂ ਗੱਲ ਸ਼ੁਰੂ ਕਿੱਥੋਂ ਕੀਤੀ ਸੀ ਤੇ ਮੈਂ ਲਿਆ ਕਿਤੇ ਖੜੀ ਕੀਤੀ ਹੈ। ਅਵਤਾਰ ਸਿੰਘ ਦਾ ਪੁੱਤਰ ਪੈਦਾ ਹੋਇਆ ਗੁਰਬਚਨਾ ਨਰਕਧਾਰੀਆ। ਤੇ ਇਹ ਲੋਕ ਜਿਹੜੇ ਸਨ, ਅਵਤਾਰ ਸਿੰਘ ਨੇ ਆਪਣੇ ਚੇਲਿਆਂ ਵਿੱਚ ਇਹ ਕਹਿਣ ਲਾਉਣਾ ਸ਼ੁਰੂ ਕਰ ਦਿੱਤਾ ਕਿ ਜਿਹੜੀ ਮੇਰੀ ਧਰਮ ਸਪਤਨੀ ਹੈ, ਬੁੱਧ ਜਾਂ ਬੋਧਵੰਤੀ, ਇਹਨੂੰ ਜਗਤ ਮਾਤਾ ਦਾ ਦਰਜਾ ਦਿੱਤਾ ਜਾਵੇ ਤੇ ਮੈਨੂੰ ਸਤਿਗੁਰੂ ਕਿਹਾ ਜਾਵੇ। ਤੇ ਗੁਰਬਚਨੇ ਨਰਕਧਾਰੀ ਨੂੰ ਸਤਿਗੁਰੂ ਦਾ ਸਪੁੱਤਰ ਤੇ ਨਰਕਧਾਰੀ ਦੇ ਜਵਾਈ ਨੂੰ, ਉਸ ਨਰਕਧਾਰੀ ਨੂੰ ਕਿਹਾ ਗਿਆ ਸਤਿਗੁਰੂ ਦਾ ਜਵਾਈ। ਤੇ ਜਿਹੜੇ ਆਮ ਲੋਕ ਸਨ ਇਸ ਨੂੰ ਮੰਨਣ ਵਾਲੇ, ਉਹਨੇ ਆਖਿਆ ਸਾਰੇ ਹੀ ਮਹਾਂਪੁਰਸ਼ ਨੇ, ਇਹ ਸਾਰੇ ਹੀ ਸੰਤ ਨੇ। ਬਸ ਅਵਤਾਰ ਸੋ ਮਰ ਗਿਆ। ਇਹ ਦਿੱਲੀ ਆਇਆ, ਇਹਨੇ ਇੱਕ ਮਿਸ਼ਨ ਮਰਨ ਤੋਂ ਪਹਿਲਾਂ ਆਰੰਭ ਦਿੱਤਾ। ਉਹ ਮਿਸ਼ਨ ਇਹਦਾ ਵਾਧਾ ਗਿਆ। ਇਸ ਤੋਂ ਬਾਅਦ ਗੁਰਬਚਨਾ ਨਰਕਧਾਰੀਆ ਇਹਦੇ ਮਰਨ ਤੋਂ ਬਾਅਦ ਇਹਦੀ ਗੱਦੀ ਤੇ ਬੈਠਾ। ਸਮਝ ਨਹੀਂ ਮੈਨੂੰ ਅੱਜ ਤੱਕ ਆਈ, ਮੈਂ ਪੜ੍ਹਿਆ ਬਹੁਤ ਇਹਨਾਂ ਬਾਰੇ। ਨਾ ਦੇ ਬੂਟਾ ਸਿੰਘ ਨੂੰ ਕਿਸੇ ਨੇ ਗੱਦੀ ਦਿੱਤੀ ਸੀ, ਨਾ ਅਵਤਾਰ ਸਿੰਘ ਨੂੰ ਕਿਸੇ ਨੇ ਗੱਦੀ ਦਿੱਤੀ, ਤੇ ਗੁਰਬਚਨੇ ਨਰਕਧਾਰੀਏ ਨੂੰ ਗੱਦੀ ਕਿੱਦਾਂ ਮਿਲ ਗਈ? ਇਹ ਸਵਾਲਾਂ ਦੇ ਜਵਾਬ ਸ਼ਾਇਦ ਮੇਰੇ ਕੋਲ ਨਹੀਂ। ਜੇ ਮੇਰੇ ਕੋਲ ਹਨ ਤੇ ਫਿਰ ਉਸ ਮਿਸ਼ਨ ਨੂੰ ਮੰਨਣ ਵਾਲਿਆਂ ਦੇ ਕੋਲ ਨਹੀਂ, ਕਿਉਂਕਿ ਗੱਦੀ ਤਾਂ ਮਿਲਦੀ ਹੈ ਜੇ ਕਿਸੇ ਗੱਦੀ ਤੋਂ ਗੱਦੀ ਚੱਲਦੀ ਆਵੇ। ਪਰ ਨਰਕਧਾਰੀ ਗੁਰਬਚਨੇ ਨੇ ਆਪਣੇ ਮਿਸ਼ਨ ਨੂੰ ਇੰਨੇ ਜ਼ੋਰਾਂ ਤੇ ਰੰਭਿਆ। ਅੱਜ ਜਿਸ ਦੀ ਮੋਦੀ ਨੇ ਇੱਕ ਮੂਰਤੀ ਬਣਾਈ ਹੈ ਨਾ 3000 ਕਰੋੜ ਰੁਪਏ ਦੀ, ਸਰਦਾਰ ਵੱਲਭ ਭਾਈ ਪਟੇਲ ਗ੍ਰਹਿ ਮੰਤਰੀ ਸੀ ਉਸ ਵੇਲੇ, ਇਹਨੇ ਹਿੱਕ ਠੋਕ ਕੇ ਇਸ ਦੀ ਪਿੱਠ ਥਾਪੀ ਤੇ ਸਿੱਖਾਂ ਦੇ ਖਿਲਾਫ ਇਸ ਨੂੰ ਪ੍ਰਚਾਰ ਕਰਨ ਵਿੱਚ ਇਹਦੀ ਸਭ ਤੋਂ ਵੱਧ ਹਮਾਇਤ ਕੀਤੀ। ਮੈਂ ਨਾਮ ਕੁਝ ਲੈਣੇ ਨੇ, ਤੁਹਾਨੂੰ ਸ਼ਾਇਦ ਹੋ ਸਕਦਾ ਕਿਸੇ ਨੂੰ ਕੌੜੇ ਲੱਗਣ, ਪਰ 50 ਜ਼ਰੂਰ ਲਿਓ। ਬਹੁਤ ਲੋਕ ਸਨ ਇਸ ਮਿਸ਼ਨ ਨੂੰ ਵਧਾਉਣ ਦੇ ਵਿੱਚ ਤੇ ਸਿੱਖਾਂ ਨੂੰ ਢਾਹ ਲਾਉਣ ਦੇ ਵਿੱਚ। ਕਿਹੜੇ ਕਿਹੜੇ ਸਨ
ਉਹਦੇ ਵਿੱਚੋਂ ਕੋਈ ਸਾਡੇ ਜਿਨ੍ਹਾਂ ਨੂੰ ਅਸੀਂ ਅੱਜ ਆਪਣੇ ਕਹਿੰਦੇ ਆ ਉਹ ਵੀ ਉਹਨਾਂ ਵਿੱਚ ਮੌਜੂਦ ਸਨ। ਗੁਰਬਚਨੇ ਨਰਕ ਧਾਰੀਏ ਨੇ ਪ੍ਰਚਾਰ ਬੜਾ ਗਲਤ ਕੀਤਾ। ਇੰਨਾ ਗਲਤ ਪ੍ਰਚਾਰ ਇਹ ਇੱਥੋਂ ਤੱਕ ਆਖਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ, ਮੁਆਫ ਕਰਿਓ ਮੈਂ ਸ਼ਬਦ ਵਰਤਾਂ, ਕਹਿੰਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਕੁਝ ਵੀ ਨਹੀਂ ਹੈ ਸਿਵਾਏ ਰੱਦੀ ਤੋਂ। ਬਹੁਤ ਗਲਤ ਸ਼ਬਦ ਇਹਨੇ ਵਰਤੇ, ਬੜੇ ਗਲਤ। ਤੁਸੀਂ ਅੰਦਾਜ਼ਾ ਲਾ ਲਓ, ਮੈਂ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਕਿਸ ਨੇ ਕੀ ਕੀ ਆਖਿਆ ਹੋਵੇਗਾ। ਫਿਰ ਇਸ ਨੇ ਇੱਕ ਮਿਸ਼ਨ ਆਰੰਭ ਕਰਕੇ ਇਹ ਐਲਾਨ ਕੀਤਾ 13 ਅਪ੍ਰੈਲ ਸਨ 1978 ਨੂੰ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਇੱਕ ਜਲੂਸ ਕੱਢਾਂਗਾ, ਜਿਸ ਵਿੱਚ ਮੇਰੇ ਸਿਰ ਤੇ ਸੁੰਦਰ ਇੱਕ ਚਾਨਣੀ ਹੋਵੇਗੀ। ਸੁੰਦਰ ਪਾਲਕੀ ਦੇ ਵਿੱਚ ਮੈਂ ਤੇ ਮੇਰੀ ਘਰਵਾਲੀ ਬੈਠੇ ਹੋਣਗੇ। ਉਹਦੇ ਵਿੱਚ ਪ੍ਰਚਾਰ ਕੀਤਾ ਗਿਆ, ਇਸ਼ਤਿਹਾਰ ਛਾਪੇ ਗਏ ਕਿ ਇਹਦੇ ਵਿੱਚ ਅਸ਼ਲੀਲਤਾ ਵੱਧ ਤੋਂ ਵੱਧ ਹਰਕਤਾਂ ਫੈਲਾਈਆਂ ਜਾਣਗੀਆਂ। ਇਧਰ ਤੇ ਪ੍ਰਚਾਰ ਹੋ ਰਿਹਾ ਸੀ ਤੇ ਉਧਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਪਤਾ ਲੱਗਾ ਉਹਨਾਂ ਨੂੰ ਉਹ ਜਾਗਦੀ ਜ਼ਮੀਰ ਵਾਲੇ ਸਨ। ਤੁਹਾਨੂੰ ਇੱਕ ਸ਼ਬਦ ਯਾਦ ਹੋਵੇਗਾ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਹਾ ਕਰਦੇ ਸੀ, ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ। ਆਮ ਤੁਸੀਂ ਇਹ ਸ਼ਬਦ ਸੁਣਿਆ, ਪਰ ਸਵਾਲ ਕਰਨ ਵਾਲਾ ਸਵਾਲ ਕਰੇਗਾ ਵੀ ਸਰੀਰ ਦੀ ਮੌਤ ਤੋਂ ਬਾਅਦ ਤੇ ਬੰਦਾ ਮਰ ਜਾਂਦਾ। ਅਸੀਂ ਤੁਰੇ ਫਿਰਦੇ ਆ ਨਾ, ਅਸੀਂ ਅਧੂਰੇ। ਜਿੱਦਣ ਸਾਡੇ ਸਾਹ ਖਤਮ ਹੋ ਗਏ ਲੋਕਾਂ ਨੇ ਕਹਿਣਾ ਪੂਰਾ ਹੋ ਗਿਆ। ਬੰਦਾ ਤੁਰਿਆ ਫਿਰਦਾ ਤੇ ਅਧੂਰਾ ਏ। ਜਿੱਦਣ ਸਾਹ ਮੁੱਕ ਗਿਆ ਉਦੋਂ ਲੋਕਾਂ ਕਹਿਣਾ ਪੂਰਾ ਹੋ ਗਿਆ, ਖਤਮ ਹੋ ਗਿਆ, ਕਹਾਣੀ ਖਤਮ। ਪਰ ਨਹੀਂ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਿਆ ਕਰਦੇ ਸੀ, ਮੈਂ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜਿਹਦਾ ਜ਼ਮੀਰ ਮਰ ਜਾਵੇ, ਅੱਜ ਵੀ ਬੜੀਆਂ ਪੰਜਾਬ 'ਚ ਇਹੋ ਜਿਹੀਆਂ ਰੂਹਾਂ ਤੁਰੀਆਂ ਫਿਰਦੀਆਂ ਜਿਨ੍ਹਾਂ ਦਾ ਜ਼ਮੀਰ ਮਰਿਆ ਹੋਇਆ, ਜਿਨ੍ਹਾਂ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ, ਪਹਿਲਾਂ ਸਾਈਨ ਕਰਕੇ ਕੈਬਨਿਟ ਮੰਤਰੀ ਹੋਣ ਦੇ ਨਾਤੇ ਆਪ ਹੀ ਇਹ ਮਤੇ ਪਾਸ ਕਰਾਏ, ਤੇ ਜਦੋਂ ਪਤਾ ਲੱਗਾ ਵੀ ਵੋਟ ਸਾਡੇ ਇੱਥੋਂ ਨਿਕਲਦੀ ਜਾਂਦੀ ਹੈ, ਫਿਰ ਤਖਤੀਆਂ ਲੈ ਕੇ ਤੇ ਬਾਹਰ ਖੜੇ ਹੋ ਗਏ ਜੀ ਅਸੀਂ ਕਿਸਾਨਾਂ ਦੇ ਵਾਲਿਆਂ ਬਿੱਲ ਰੱਦ ਕਰ ਦਿਓ। ਇਹਨੂੰ ਕਹਿੰਦੇ ਢੋਂਗ ਰਚਾਉਣਾ। ਕਿਹੜੇ ਕਿਹੜੇ ਤਰੀਕੇ ਦੇ ਨਾਲ ਸਾਨੂੰ ਛਲਿਆ ਜਾ ਰਿਹਾ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਬੜੇ ਸੋਹਣੇ ਵਿਚਾਰ ਕਰ ਰਹੇ ਸੀ। ਸੰਗਤ ਜੀ, ਅਸੀਂ ਕਈ ਵਾਰ ਸੋਚਦੇ ਨਾ, ਜਿਵੇਂ ਉਹਨਾਂ ਨੇ ਤੁਹਾਡੇ ਨਾਲ ਸਾਂਝ ਪਾਈ ਕਿ ਸਾਡਾ ਡੀਸੀ ਆਪਣਾ ਨਹੀਂ, ਸਾਡਾ ਪ੍ਰਾਈਮ ਮਿਨਿਸਟਰ ਆਪਣਾ ਨਹੀਂ, ਸਾਡਾ ਮੁੱਖ ਮੰਤਰੀ ਆਪਣਾ ਨਹੀਂ, ਸਾਡਾ ਪੰਜਾਬ ਦਾ ਪ੍ਰਧਾਨ ਆਪਣਾ ਨਹੀਂ, ਸਾਡੇ ਨਿੱਕੇ ਮੋਟੇ ਥਾਣੇਦਾਰ ਆਪਣੇ ਨਹੀਂ, ਪਰ ਮਾਫ ਕਰਿਓ ਇਹਨਾਂ ਨੂੰ ਬਣਾਉਣ ਵਾਲੇ ਅਸੀਂ ਹੀ ਹਾਂ, ਹੋਰ ਕੋਈ ਨਹੀਂ। ਮੈਂ ਤੇ ਇੱਕ ਬੇਨਤੀ ਕਰਦਾ ਨਾ, ਸ਼ਾਇਦ ਉਹ ਕਈਆਂ ਨੂੰ ਕੌੜੀ ਵੀ ਲੱਗ ਜਾਂਦੀ ਹੈ, ਵੀ ਕਿਸੇ ਚੰਗੀ ਨਸਲ ਦਾ ਤੁਸੀਂ ਕੁੱਤਾ ਲੈਣ ਜਾਓ ਨਾ, ਕਤੂਰਾ ਛੋੜਾ ਜਿਹਾ ਬੱਚਾ, ਉਹਦੀ ਕੀਮਤ ਵੀ ਮਿਨੀਮਮ 4000 ਤੋਂ ਸਟਾਰਟ ਹੁੰਦੀ ਹੈ, ਪਰ ਬੰਦੇ ਦੀ ਕੀਮਤ ਵੇਖ ਲਓ, ਇੱਕ ਪਊਏ ਦੇ ਉੱਤੇ ਵਿਕ ਜਾਂਦਾ। ਜੇ ਅੱਜ ਕਿਸੇ ਨੇ ਆਖਿਆ ਤੈਨੂੰ ਪਊਆ ਦਿੱਤਾ, ਉਹਨੇ ਆਖਿਆ ਜੀ ਮੈਂ ਤੁਹਾਡੇ ਵੱਲ। ਕੱਲ ਦੂਜਾ ਆ ਗਿਆ, ਉਹਨੇ ਆਖਿਆ ਤੂੰ ਭੱਠੀ ਲਾ ਲਾ, ਉਹ ਕਹਿੰਦਾ ਮੈਂ ਉਹਨਾਂ ਤੋਂ ਕੀ ਲੈਣਾ, ਮੈਂ ਤੁਹਾਡੇ ਵੱਲ। ਬੰਦੇ ਦੀ ਕੀਮਤ ਇੰਨੀ ਕੀ ਹੈ ਨਾ, ਇੱਕ ਪਊਆ ਇੱਕ ਅਧੀਆ। ਬਸ ਇੱਥੇ ਕਾ ਕੇ ਕਹਾਣੀ ਖਤਮ ਹੋ ਗਈ। ਜਿੰਨਾ ਚਿਰ ਅਸੀਂ ਅਧੀਏ ਤੇ ਪਊਏ ਤੇ ਵਿਕਣੋਂ ਨਾ ਹਟੇ, ਉਹਨਾਂ ਚਿਰ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਭਵਿੱਖ ਬਹੁਤਾ ਉਜਲਾ ਨਹੀਂ ਹੋ ਸਕਦਾ। ਸਮਝ ਲੈਣਾ ਵੀ ਅਸੀਂ ਆਪਣੇ ਰਾਹ ਵਿੱਚ ਆਪ ਕੰਡੇ ਬੀਜ ਰਹੇ ਹਾਂ, ਤੇ ਫਿਰ ਅਸੀਂ ਬਦਦੁਆਵਾਂ ਦੂਸਰਿਆਂ ਨੂੰ ਦਿੰਦੇ ਹਾਂ ਕਿ ਸਾਡਾ ਬੱਚਾ ਇਹਨਾਂ ਨਸ਼ੇ ਤੇ ਲਾ ਦਿੱਤਾ ਤੇ ਸਾਡਾ ਬੱਚਾ ਇਹਨਾਂ ਨਸ਼ੇ ਤੇ ਲਾ ਦਿੱਤਾ। ਕਿਤਨਾ ਕਿਤੇ ਗਲਤੀ ਤੇ ਸਾਡੀ ਵੀ ਹੈ ਨਾ। ਵੋਟ ਪਾਉਣ ਲੱਗਿਆ ਤੁਸੀਂ ਇੱਕ ਬਟਨ ਦੱਬਦੇ ਰਹੇ, ਉਹ ਬਟਨ ਦੱਬਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਕੇ ਜਾਇਆ ਕਰੋ, ਪਾਤਸ਼ਾਹ ਸਾਨੂੰ ਇਹਨਾਂ ਕਾਲੇ ਚੋਰਾਂ ਤੋਂ ਬਚਾਵੀਂ। ਅਸੀਂ ਕੋਈ ਚੰਗਾ ਚੁਣ ਕੇ ਆਪਣੇ ਪਰਿਵਾਰ ਵਾਸਤੇ, ਆਪਣੀ ਜਨਰੇਸ਼ਨ ਵਾਸਤੇ ਚੰਗਾ ਉਮੀਦਵਾਰ ਲੈ ਕੇ ਆਪਣੇ ਇਲਾਕੇ ਵਿੱਚ ਉਸ ਨੂੰ ਖਿਲਾਰ ਸਕੀਏ, ਤਾਂ ਕਿ ਉਹ ਸਾਡਾ ਹੋਵੇ ਤੇ ਸਾਡੀ ਗੱਲ ਕਰ ਸਕੇ। ਅੱਜ ਤੁਹਾਡੇ ਪ੍ਰਤੀ ਹਾਂ ਦੇ ਨਾਰੇ ਨਹੀਂ, ਕੋਈ ਕਹਿੰਦਾ ਮੈਂ 400 ਯੂਨਿਟ, ਕੋਈ 500, ਮੇਰੇ ਤੋਂ ਪਹਿਲਾਂ ਗੱਲਾਂ ਹੋ ਚੁੱਕੀਆਂ, ਤੇ ਕੋਈ ਆਖਦਾ ਇੱਕ ਸਰਕਾਰ ਪਿਛਲੀ ਕਹਿੰਦੀ ਅਸੀਂ 5 ਲੱਖ ਬੇਰੁਜ਼ਗਾਰ ਨੂੰ ਘਰੇ ਆਟਾ ਦਾਲ ਪਹੁੰਚਾਇਆ, ਦੂਸਰੀ ਨੇ ਆਖਿਆ ਅਸੀਂ 10 ਲੱਖ ਨੂੰ ਪਹੁੰਚਾਇਆ। ਹੁਣ ਆਊਟਪੁੱਟ ਕੀ ਨਿਕਲੀ? ਪਿਛਲੀ ਵਿੱਚ 5 ਲੱਖ ਬੇਰੁਜ਼ਗਾਰ ਸੀ, ਇਸ ਵਾਰ 10 ਲੱਖ ਬੇਰੁਜ਼ਗਾਰ ਹੋ ਗਿਆ। ਕਦੀ ਸੋਚਣ ਦਾ ਯਤਨ ਕੀਤਾ ਸੀ ਇਹਨਾਂ ਗੱਲਾਂ ਵੱਲ? ਕਦੀ ਧਿਆਨ ਦਿੱਤਾ ਕਿ ਉਹਨਾਂ ਦਾ ਮਕਸਦ ਕੀ ਹੈ? ਬੇਰੁਜ਼ਗਾਰੀ, ਪੜ੍ਹੇ ਲਿਖੇ ਨੌਜਵਾਨ ਅੱਜ ਤਖਤੀਆਂ ਫੜ ਕੇ ਹੱਥਾਂ ਵਿੱਚ ਕਦੀ ਟੈਂਕੀਆਂ ਤੇ ਚੜ੍ਹ ਕੇ ਮੁਜ਼ਾਹਰੇ ਕਰਦੇ ਨੇ, ਕਦੀ ਰੋਸ
ਪ੍ਰਦਰਸ਼ਨ ਕਰਦੇ ਨੇ ਤੇ ਕਦੀ ਕਿਸੇ ਦੀਆਂ ਕੋਠੀਆਂ ਅੱਗੇ ਵੈਲ ਐਜੂਕੇਟਡ ਸਾਡੇ ਟੀਚਰ ਉੱਥੇ ਡਾਂਗਾ ਖਾ ਰਹੇ ਹੁੰਦੇ ਨੇ, ਜਿਨ੍ਹਾਂ ਦੀ ਕੀਮਤ ਕੋਈ ਪਾਉਣ ਵਾਲਾ ਨਹੀਂ, ਜਿਨ੍ਹਾਂ ਸਾਡੇ ਪੰਜਾਬ ਦਾ ਭਵਿੱਖ ਬਚਾਉਣਾ, ਅੱਜ ਉਹਨਾਂ ਦਾ ਭਵਿੱਖ ਖਤਰੇ ਵਿੱਚ ਪਿਆ ਹੋਇਆ। ਅਸੀਂ ਮੰਗਤੇ ਥੋੜਾ ਵੀ ਤੁਸੀਂ ਸਾਨੂੰ 200 ਯੂਨਿਟ ਦੇ ਦਿਓ ਤੇ ਕੋਈ ਆਖੇ ਮੈਂ 400 ਦੇ ਦੇਵਾਂ, ਤੁਸੀਂ ਰੱਜ ਕੇ ਬਿੱਲ ਲਾਓ ਪਰ ਸਾਡੇ ਅਧਿਕਾਰ ਸਾਨੂੰ ਦੇ ਦਿਓ। ਅਸੀਂ ਭੀਖ ਨਹੀਂ ਮੰਗਦੇ ਤੁਹਾਡੇ ਕੋਲ, ਅਸੀਂ ਇਹ ਨਹੀਂ ਮੰਗਦੇ ਸਾਨੂੰ 500 ਯੂਨਿਟ ਦੇ ਦਿਓ, ਕੋਈ 2 ਰੁਪਏ ਆਟਾ ਤੇ ਕੋਈ 4 ਰੁਪਏ ਦਾਲ ਦੇ ਦੇਵੇ, ਨਹੀਂ, ਸਾਡਾ ਹੱਕ ਸਾਨੂੰ ਦਿੱਤਾ ਜਾਵੇ ਤੇ ਬੇਸ਼ੱਕ ਆਪਣੇ ਬਿੱਲ ਜਿੰਨੇ ਤੁਸੀਂ ਲਾਉਣਾ ਚਾਹੁੰਦੇ ਹੋ ਲਾਇਓ, ਪਰ ਸਾਡਾ ਸ਼ਰਤ ਹੈ ਵੀ ਸਾਡੇ ਹੱਕ, ਸਾਡੇ ਹਿਊਮਨ ਰਾਈਟਸ ਸਾਡੇ ਗਾੜੀ ਰੱਖੇ ਜਾਣ। ਅੱਜ ਨਹੀਂ ਮਿਲਦੇ। ਅਸੀਂ ਯੂਨੀਵਰਸਿਟੀਆਂ ਦੇ ਵਿੱਚ ਵੀ ਜਾਂਦੇ ਹਾਂ, ਕਾਲਜਾਂ ਦੇ ਵਿੱਚ ਵੀ ਜਦੋਂ ਅਸੀਂ ਜਾਂਦੇ ਹਾਂ, ਬੜਾ ਦੁੱਖ ਹੁੰਦਾ। PhD ਕੀਤੇ ਲੋਕ ਉੱਥੇ 5-5 ਹਜ਼ਾਰ ਰੁਪਏ, 10-10 ਹਜ਼ਾਰ ਰੁਪਏ ਤੇ ਕਈ ਲੋਕ ਤਰਲੇ ਮਾਰ ਰਹੇ ਨੇ। ਭਵਿੱਖ ਬਹੁਤ ਖਤਰੇ ਵਿੱਚ ਹੈ। ਇਹ ਗੱਲਾਂ ਵਿਚਾਰਨ ਵਾਲੀਆਂ ਨੇ, ਤਾਂ ਵਿਚਾਰਨ ਵਾਲੀਆਂ ਮੈਂ ਸਾਂਝੀਆਂ ਕੀਤੀਆਂ। ਮੇਰੇ ਸਾਹਮਣੇ ਤਖਤੀ ਬੜੀ ਵਧੀਆ ਲਿਖ ਕੇ ਲਾ ਦਿੱਤੀ ਗਈ। ਅੱਜ ਦੇ ਸਮੇਂ ਲਈ ਇਹ ਗੱਲਾਂ ਕਰਨੀਆਂ ਜ਼ਰੂਰੀ ਨੇ। ਸੰਗਤ ਜੀ, ਇਤਿਹਾਸ ਤੁਸੀਂ ਬੜੀ ਵਾਰ ਸੁਣਿਆ ਹੈ, ਅਸੀਂ ਤੁਹਾਨੂੰ ਕੇਵਲ ਚੇਤਾ ਕਰਾਉਣ ਆਉਨੇ ਆ, ਪਰ ਯਾਦ ਰੱਖਿਓ ਅਸੀਂ ਪੁਰਾਣੇ ਇਤਿਹਾਸ ਨੂੰ ਸੁਣ ਕੇ ਉਹਦੇ ਵਿੱਚੋਂ ਆਊਟਪੁੱਟ ਕੀ ਕੱਢਣੀ ਉਹ ਸਾਡੇ ਤੇ ਨਿਰਭਰ ਹੈ। ਉਹਦੇ ਵਿੱਚੋਂ ਅਸੀਂ ਅੱਜ ਦੇ ਸਮੇਂ ਨੂੰ ਕਿਵੇਂ ਸੰਭਾਲਣਾ ਉਹ ਸਾਡੇ ਤੇ ਡਿਪੈਂਡ ਹੈ। ਜੇ ਅਸੀਂ ਪੁਰਾਣਾ ਇਤਿਹਾਸ ਸੁਣ ਕੇ ਉਹਦੇ ਵਿੱਚੋਂ ਕੁਝ ਨਵਾਂ ਨਾ ਸਿਰਜ ਸਕੇ ਤੇ ਸਮਝ ਲਓ ਸਾਡਾ ਸੁਣਿਆ ਕਿਸੇ ਫਾਇਦੇਮੰਦ ਨਹੀਂ, ਉਹਦੇ ਵਿੱਚੋਂ ਕੋਈ ਲਾਭ ਨਹੀਂ ਨਿਕਲੇਗਾ। ਮੈਂ ਬੇਨਤੀ ਕਰਾਂ, ਇਸ ਨਰਕਧਾਰੀ ਐਲਾਨ ਕੀਤਾ ਮੈਂ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਇੱਕ ਜਲੂਸ ਕੱਢਾਂਗਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਉਹ ਮਹਾਂਪੁਰਸ਼ ਯੋਧਾ, ਉਹ ਸੱਚਮੁੱਚ ਹੀ ਮਰਦ ਸੀ। ਅੱਜ ਆਪਣੇ ਆਪ ਨੂੰ ਬੜੇ ਮਰਦ ਕਹਾਉਣ ਵਾਲੇ ਬੈਠੇ ਨੇ। ਵੇਖਣ ਨੂੰ ਤੇ ਉਹ ਸਾਡੇ ਵਰਗੇ ਨੇ ਪਰ ਅੰਦਰ ਉਹ ਚੋਰ ਨੇ। ਵੇਖਣ ਨੂੰ ਉਹ ਕੇਸਾਧਾਰੀ ਜਾਪਦੇ ਨੇ, ਅਮਰਧਾਰੀ ਜਾਪਦੇ ਨੇ, ਪਰ ਅੰਦਰ ਰੂਹ ਉਹਨਾਂ ਦੇ ਕਿਤੇ ਨਾ ਕਿਤੇ ਮੱਸੇ ਰੰਗੜ ਵਾਲੀ ਬੈਠੀ ਹੈ। ਉਹ ਕਿਤੇ ਨਾ ਕਿਤੇ ਅੱਜ ਵੀ ਬੇਅਦਬੀਆਂ ਕਰਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਕੰਮ ਉਹ ਮੱਸੇ ਰੰਗੜ ਤੋਂ ਪਰੇ ਕਰ ਰਹੇ। ਮੱਸਾ ਰੰਗੜ ਸਾਡਾ ਨਹੀਂ ਸੀ, ਅਸੀਂ ਸ਼ਾਇਦ ਇਸ ਗੱਲ ਨੂੰ ਵਿਚਾਰ ਲਈਏ, ਪਰ ਅੱਜ ਸਾਡੇ ਆਪਣੀ ਇਸ ਪਿੱਛੇ ਕੋਈ ਪੈਰਵਾਈ ਨਹੀਂ ਕਰ ਰਹੇ, ਕੋਈ ਕਾਰਵਾਈ ਨਹੀਂ ਕਰ ਰਹੇ। ਜਿਹੜੀ ਬਣਦੀ ਆ ਉਹਨੂੰ ਸਗੋਂ ਡਿਲੇ ਕੀਤਾ ਜਾ ਰਿਹਾ ਹੈ। ਸਾਡੇ ਕੋਲੋਂ ਵੋਟਾਂ ਲਈਆਂ ਜਾ ਰਹੀਆਂ, ਸਾਡੀ ਸਰਕਾਰ ਬਣਾ ਦਿਓ, ਇਸ ਵਾਰ ਆ ਬੰਦਾ ਅੰਦਰ, ਇਸ ਵਾਰ ਆ ਅਸੀਂ ਅੰਦਰ ਕਰ ਦਿਆਂਗੇ। ਪਰ ਗੁਰੂ ਕੀ ਸੰਗਤ 5 ਸਾਲ ਹੋ ਗਏ, ਕਿੰਨੇ ਤੁਹਾਡੀ ਬਾਹ ਫੜੀ ਹੈ? ਕਿੱਥੇ ਬੇਅਦਬੀਆਂ ਰੁਕੀਆਂ ਨੇ? ਨਿਤ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਸੋਸ਼ਲ ਮੀਡੀਆ ਤੇ, ਅੱਜ ਫਲਾਣੇ ਪਿੰਡ ਬੇਅਦਬੀ ਕਰ ਦਿੱਤੀ ਗਈ, ਅੱਜ ਫਲਾਣੇ ਪਿੰਡ ਬੇਅਦਬੀ ਕਰ ਦਿੱਤੀ ਗਈ। ਅੰਮ੍ਰਿਤਸਰ ਸਾਹਿਬ ਦੀ ਪਿੱਤਰ ਧਰਤੀ ਦੇ ਸੰਤ ਜਰਨੈਲ ਸਿੰਘ ਖਾਲਸਾ ਨੇ ਆਖਿਆ, ਮੈਂ ਬੇਅਦਬੀ ਨਹੀਂ ਹੋਣ ਦੇਵਾਂਗਾ, ਐਸੇ ਜਲੂਸ ਨਹੀਂ ਨਿਕਲਣ ਦੇਵਾਂਗਾ। ਸੰਤ ਜੀ ਗੁਰੂ ਰਾਮਦਾਸ ਸਰਾਂ ਦੇ ਕੋਲ ਆਏ, ਉਹਨਾਂ ਉੱਥੇ ਇੱਕ ਇਸ਼ਤਿਹਾਰ ਵੇਖਿਆ ਜਿੱਥੇ ਨਰਕਧਾਰੀਏ ਦਾ ਇਸ਼ਤਿਹਾਰ ਲੱਗਾ ਹੋਇਆ ਸੀ। ਉਹਨਾਂ ਮੈਨੇਜਰ ਨੂੰ ਸੱਦਿਆ, ਮੈਨੇਜਰ ਨੇ ਆਖਿਆ ਮੈਨੂੰ ਪਤਾ ਨਹੀਂ। ਸੰਤਾਂ ਨੇ ਤਾੜਿਆ ਤੇ ਪਹੁੰਚ ਗਏ ਮੰਜੀ ਸਾਹਿਬ ਦੀ ਵਾਣ ਹਾਲ, ਜਿੱਥੋਂ ਤੁਸੀਂ ਅੰਮ੍ਰਿਤ ਵੇਲੇ ਰੋਜ਼ਾਨਾ ਇੱਕ ਕਥਾ ਸਰਵਣ ਕਰਦੇ ਹੋ। ਉਸ ਵਕਤ ਸਟੇਜ ਚਲਾ ਰਿਹਾ ਜੀਵਨ ਸਿੰਘ ਉਮਰਾ ਨੰਗਲ, ਜਨਰਲ ਸਕੱਤਰ ਹੈ ਸ਼੍ਰੋਮਣੀ ਅਕਾਲੀ ਦਲ ਦਾ, ਅਤੇ ਨਾਲ ਉਹ ਮਾਲ ਮੰਤਰੀ ਹੈ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਟੇਜ ਤੇ ਪਹੁੰਚ ਗਏ। ਉਹਨਾਂ ਜਾ ਕੇ ਆਖਿਆ, ਜੀਵਨ ਸਿੰਘ ਜੀ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦਾ ਨਰਕਧਾਰੀਆ ਆਪਣਾ ਜਲੂਸ ਕੱਢ ਰਿਹਾ ਹੈ, ਉਹ ਗੁਰੂ ਸਾਹਿਬਾਂ ਦੇ ਬਾਰੇ ਮਾੜਾ ਬੋਲਦਾ ਹੈ, ਉਹਨੂੰ ਰੋਕਣਾ ਚਾਹੀਦਾ ਹੈ। ਅੱਗੋਂ ਜਵਾਬ ਮਿਲਿਆ, ਸੰਤ ਜੀ ਸਾਡੇ ਹੱਥ ਵਸ ਕੁਝ ਨਹੀਂ। ਉਹਨੇ ਡੀਸੀ ਤੋਂ ਪਰਮਿਸ਼ਨ ਲਈ ਹੋਈ ਹੈ ਤੇ ਸੰਤਾਂ ਨੇ ਆਖਿਆ ਡੀਸੀ ਵੀ ਤੇ ਤੁਹਾਡਾ ਹੀ ਲਾਇਆ ਹੋਇਆ, ਬਗਾਨਾ ਥੋੜਾ, ਸਰਕਾਰ ਕਿਹਦੀ ਹੈ? ਉਹਨੇ ਆਖਿਆ ਤੁਹਾਡਾ ਹੀ ਲਾਇਆ ਹੋਇਆ ਹੈ। ਜੀਵਨ ਸਿੰਘ ਨੇ ਆਖਿਆ ਡੀਸੀ ਮੇਰੀ ਮੰਨਦਾ ਨਹੀਂ, ਤੇ ਸੰਤ ਜਰਨੈਲ ਸਿੰਘ ਖਾਲਸਾ ਨੇ ਆਖਿਆ, ਕਹਿਣ ਲੱਗੇ ਜੇ ਅੱਜ ਤੁਹਾਡੀ ਡੀਸੀ ਨਹੀਂ ਮੰਨਦਾ ਤੇ ਮੈਂ ਹੱਕ ਹਿੱਕ ਤੇ ਹੱਥ ਠੋਕ ਕੇ ਆਣਾ, ਆਉਣ ਵਾਲੇ ਦਿਨਾਂ ਵਿੱਚ ਤੁਹਾਡੀ ਪੰਜਾਬ ਦਾ ਪਟਵਾਰੀ ਵੀ ਨਹੀਂ ਮੰਨੇਗਾ। ਜੇ ਤੁਹਾਡੇ ਆਖੇ ਡੀਸੀ ਨਹੀਂ ਲੱਗਦਾ, ਪੰਜਾਬ ਦਾ ਪਟਵਾਰੀ ਤੁਹਾਡੇ ਆਖੇ ਕਿੱਥੋਂ ਲੱਗੇਗਾ? ਸੰਤ ਜਰਨੈਲ ਸਿੰਘ ਖਾਲਸਾ ਨੇ ਆਖਿਆ ਹੁਣ ਤੁਸੀਂ ਨਹੀਂ ਰੋਕ ਸਕਦੇ ਤੇ ਇਸ ਜਲੂਸ ਨੂੰ ਮੈਂ ਰੋਕਾਂਗਾ। ਇਧਰੋਂ ਅਖੰਡ ਕੀਰਤਨੀ ਜਥਾ ਸੁਲਤਾਨਵਿੰਡ ਦੀ ਧਰਤੀ ਤੇ ਉੱਥੇ ਕੀਰਤਨ ਕਰ ਰਹੇ ਸਨ ਭਾਈ ਫੌਜਾ ਸਿੰਘ, ਭਾਈ ਰਣਧੀਰ ਸਿੰਘ। ਇਹਨਾਂ ਨੂੰ ਸੂਚਨਾ ਮਿਲੀ, ਆਪਣਾ ਜਥਾ ਲੈ ਕੇ ਵਾਹੋਦਾਈ ਗੁਰੂ ਰਾਮਦਾਸ ਸਰਾਂ ਦੇ ਕੋਲ ਆਣ ਪਹੁੰਚੇ। ਜਦੋਂ ਸਿੰਘਾਂ ਦਾ ਇਕੱਠ ਵਾਹਵਾ ਹੋ ਗਿਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੋ ਰੋਹ ਵਿੱਚ ਆਏ, ਬੇਰਸ ਵਿੱਚ ਆ ਕੇ ਉਹਨਾਂ ਕੌਮ ਨੂੰ ਸੰਬੋਧਨ ਕਰਦੇ ਹੋ ਕੋਈ ਸ਼ਬਦ ਇਸ ਤਰ੍ਹਾਂ,
ਦਸ਼ਮੇਸ਼ ਦੀ ਦਸ਼ਮੇਸ਼ ਦੀ ਨਿੰਦਾ ਗੁਰ ਦਸ਼ਮੇਸ਼ ਦੀ ਹੁਣ ਸੁਣੀ ਨਾ ਜਾਏ ਦੁਸ਼ਮਣਾ ਦੁਸ਼ਮਣਾ ਦੁਸ਼ਮਣ बड़ा जोर लाया असी नहीं मुके अखा सामने मावा दे पुत मारे बड़ा कहर टाया असी नहीं मुके साडा जम ला के जख्मा साडियां ते मिर्चा लूण पाया असी नहीं मुके साडे सिरां दे लोकां ने मुल पाए हाँ ओ भी दौर आया असी नहीं मुके ओ सानू मुक गए आप मकाउण वाले डरन डराउण दी गल ही नहीं जदों गिनती दे सां उदों नहीं मुके ते हुण ते मुकड़ मुकाउण दी गल ही नहीं हो दुश्मन बैठे असां दी गैरत जमाए दुश्मन बैठे असां दी गैरत जमाए दुश्मन बैठे दुश्मन वेखे सादी गैरत अजमाए दसो ते के खतरे कादे नहीं पाए दसो ते के खतरे
ਮੇਰੀ ਆਦਤ ਹੈ ਮੈਂ ਅਰਦਾਸਾਂ ਅਖੀਰ ਤੇ ਕਰਦਾ, ਪਰ ਇੱਕ ਜ਼ਰੂਰੀ ਹੈ। ਭਾਈ ਸਾਹਿਬ ਜੀ ਨੇ ਦੁਬਾਰਾ ਹੁਕਮ ਲਾਇਆ। ਭਾਈ ਨਿੰਦਰ ਸਿੰਘ ਜੀ USA, ਉਹਨਾਂ ਵੱਲੋਂ 500 ਰੁਪਇਆ ਢਾਡੀ ਇੱਥੇ ਦਾ ਸਤਿਕਾਰ ਕੀਤਾ ਗਿਆ। ਮੈਂ ਤਹਿ ਦਿਲੋਂ ਅਰਦਾਸ ਕਰਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ, ਤੰਦਰੁਸਤੀ, ਦੇ ਰੋਗਤਾ ਬਖਸ਼ਣ। ਇੱਕ ਸਮੁੱਚੀ ਅਰਦਾਸ ਕਰੀਏ ਪੰਥ ਦੇ ਭਲੇ ਵਾਸਤੇ, ਕੌਮ ਦੇ ਭਲੇ ਵਾਸਤੇ, ਕਿਸਾਨਾਂ ਦੀ ਚੜ੍ਹਦੀ ਕਲਾ ਤੇ ਮਨੁੱਖਤਾ ਦੇ ਭਲੇ ਵਾਸਤੇ। ਇੱਕ ਵਾਰ ਸਾਰੀ ਸੰਗਤ ਜੁੜ ਕੇ ਆਖੋ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਮਾਂ ਜਿਤਨਾ ਮੈਨੂੰ ਮਿਲਿਆ ਸੀ ਉਹਦੇ ਵਿੱਚੋਂ ਲਗਭਗ ਕੋਈ 22-23 ਮਿੰਟ ਬਚੇ ਨੇ, ਤੇ ਮੈਨੂੰ ਥੋੜਾ ਜਿਹਾ ਇਜਾਜ਼ਤ ਦੇ ਦਿੱਤੀ ਗਈ ਹੈ ਸਟੇਜ ਵੱਲੋਂ ਕਿ ਪ੍ਰਸੰਗ ਨੂੰ ਮੈਂ ਪੂਰਾ ਕਰਨ ਦਾ ਯਤਨ ਕਰਾਂ। ਹੁਣ ਮੈਂ ਦੋ ਵੰਨਗੀਆਂ ਜਲਦੀ ਨਾਲ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ, ਕਿਉਂਕਿ ਵਿਸ਼ਾ ਬੜਾ ਲੰਬਾ ਚੌੜਾ ਹੈ, ਬਹੁਤ ਵੱਡਾ ਵਿਸ਼ਾ ਹੈ। ਇਸ ਵਿਸ਼ੇ ਨੂੰ ਕਹਿਣ ਦੇ ਲਈ ਮਿਨੀਮਮ 2 ਘੰਟੇ ਦਾ ਸਮਾਂ ਤੇ ਜ਼ਰੂਰੀ ਚਾਹੀਦਾ ਹੈ, ਪਰ ਹੁਣ ਮੈਂ ਜਲਦੀ ਨਾਲ ਆਪਣੇ ਸਮੇਂ ਦੇ ਵਿੱਚ ਰਹਿ ਕੇ ਤੁਹਾਡੇ ਨਾਲ ਕੁਝ ਅਣਛੂਹੇ ਪੱਤਰੇ ਸਾਂਝੇ ਕਰਨ ਦਾ ਯਤਨ ਕਰਾਂ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਸ਼ਾਂ ਨੇ ਜੋ ਕੁਝ ਆਖਿਆ ਤੁਸੀਂ ਸਰਵਣ ਕਰ ਲਿਆ। ਮੈਂ ਹੁਣ ਇਹਨਾਂ ਸ਼ਬਦਾਂ ਨੂੰ ਨਹੀਂ ਖੋਲਣਾ, ਸਮਾਂ ਲੱਗੇਗਾ। ਸੰਤ ਜਰਨੈਲ ਸਿੰਘ ਜੀ ਨੇ ਮੁੱਖ ਦੀ ਗੱਲ ਕੀਤੀ, ਕਹਿਣ ਲੱਗੇ ਉਸ ਨਰਕ ਧਾਰੀਏ ਦਾ ਜਲੂਸ ਜੇ ਸਾਡੀ ਸਰਕਾਰ ਨਹੀਂ ਰੋਕ ਸਕਦੀ, ਸਾਡੀ ਸਰਕਾਰ ਉਸ ਦਾ ਜਲੂਸ ਬੰਦ ਨਹੀਂ ਕਰਵਾ ਸਕਦੀ, ਤੇ ਹੁਣ ਜਰਨੈਲ ਸਿੰਘ ਜਾਵੇਗਾ। ਮਹਾਂਪੁਰਸ਼ਾਂ ਦੇ ਬੋਲ ਸਨ। ਉਹ ਕਹਿੰਦੇ ਹੁਣ ਜਰਨੈਲ ਸਿੰਘ, ਉਹ ਆਪਣੇ ਆਪ ਨੂੰ ਕਹਿੰਦੇ ਹੁਣ ਮੈਂ ਜਾ ਕੇ ਉਹਨਾਂ ਦਾ ਜਲੂਸ ਰੋਕਾਂਗਾ। ਭਾਈ ਫੌਜਾ ਸਿੰਘ, ਭਾਈ ਰਣਧੀਰ ਸਿੰਘ ਵਰਗਿਆਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਤੁਸੀਂ ਨਹੀਂ ਜਾ ਸਕਦੇ। ਦਮਦਮੀ ਟਕਸਾਲ ਦੇ ਯੋਧਿਆਂ ਨੇ ਵੀ ਆਖਿਆ ਸੰਤ ਜੀ ਆਪ ਨਹੀਂ ਜਾ ਸਕਦੇ। ਸੰਤਾਂ ਆਖਿਆ ਮੈਂ ਜਾਵਾਂਗਾ। ਸਿੰਘਾਂ ਨੇ ਵਿਚਾਰਿਆ ਕਿ ਨਹੀਂ ਰੁਕਣਗੇ ਸੰਤ ਜੀ, ਜੋ ਬਚਨ ਕਹਿ ਦਿੱਤਾ ਪੂਰਾ ਕਰਨਗੇ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਇੱਕ ਤਰੀਕਾ ਬਖਸ਼ਿਆ ਹੈ ਕਿ ਜਦੋਂ ਕਿਸੇ ਗੁਰੂ ਦੇ ਪਿਆਰੇ ਨੂੰ ਕਿਸੇ ਫੈਸਲੇ ਲਈ ਰੋਕਣਾ ਹੋਵੇ ਨਾ, ਤੇ 5 ਤਿਆਰ-ਬਰ ਤਿਆਰ ਸਿੰਘ ਸਾਹਮਣੇ ਆ ਜਾਣ, ਤੇ ਗੁਰੂ ਦਾ ਰੂਪ ਹੈ। 5 ਪਿਆਰੇ ਆ ਕੇ ਹੁਕਮ ਕਰ ਦੇਣ ਤੇ ਉਹ ਆਪਣੇ ਆਪ ਸ਼ਾਂਤ ਹੋ ਜਾਂਦਾ, ਰੁਕ ਜਾਂਦਾ ਹੈ। ਮੁਆਫ ਕਰਿਓ, ਇੱਥੇ ਨਰਕਾਂ ਨੂੰ ਰੂਹ ਚਲੀ ਗਈ ਹਿਸਾਬ ਦੇਣ ਲਈ। ਸ਼੍ਰੀ ਅਕਾਲ ਤਖਤ ਸਾਹਿਬ ਦੇ 5 ਪਿਆਰਿਆਂ ਨੂੰ ਕਿਹਾ ਗਿਆ ਸੀ ਉਸ ਵੱਲੋਂ ਕਿ ਮੈਂ 5 ਪਿਆਰਿਆਂ ਨੂੰ ਨਹੀਂ ਮੰਨਦਾ। ਕੌਮ ਨੇ ਉਹਨਾਂ ਦਾ ਮੁੱਲ ਪਾਇਆ। ਕਦੇ 5 ਪਿਆਰਿਆਂ ਦੀ ਕੀਮਤ ਸਾਨੂੰ ਨਹੀਂ ਪਤਾ ਲੱਗਦੀ, ਤੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਨੇ ਇਹਨਾਂ 5 ਵਿੱਚ ਪਰਮੇਸ਼ਵਰ ਹੈ। ਜੋ 5 ਕਹਿ ਦੇਣਗੇ ਰੱਬ ਦਾ ਰੂਪ ਹਨ, ਗੁਰੂ ਦਾ ਹੁਕਮ ਹੈ, ਗੋਬਿੰਦ ਸਿੰਘ ਵੀ ਉਸ ਹੁਕਮ ਦੀ ਉਲੰਘਣਾ ਨਹੀਂ ਕਰੇਗਾ। ਗੱਲ ਸਮਝਣ ਦੀ ਥੋੜੀ ਜਿਹੀ ਤੁਸੀਂ ਇਸ ਵੱਲ ਸੁਰਤੀ ਟਿਕਾਉਣੀ। ਮੈਂ ਕੀ ਕਹਿਣਾ ਚਾਹੁੰਦਾ ਹਾਂ, ਮੈਂ ਕੇਵਲ ਟੱਚ ਹੀ ਕਰ ਰਿਹਾ, ਖੋਲੀ ਤੁਸੀਂ ਆਪਣੇ ਆਪ ਜਾਇਓ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ 5 ਨੇ ਆਖਿਆ ਸੰਤ ਜੀ ਤੁਸੀਂ ਨਹੀਂ ਜਾ ਸਕਦੇ, ਹੁਣ ਅਸੀਂ ਜਾਵਾਂਗੇ। ਸੰਤਾਂ ਦਾ ਵੀ ਸਵਾਲ ਸੀ ਕੌਣ ਜਾਵੇਗਾ, ਉਹਨਾਂ ਕਿਹਾ ਅਸੀਂ ਜਾਵਾਂਗੇ। ਭਾਈ ਰਣਧੀਰ ਸਿੰਘ, ਭਾਈ ਫੌਜਾ ਸਿੰਘ, ਭਾਈ ਪਿਆਰਾ ਸਿੰਘ, ਭਾਈ ਗੁਰਬਚਨ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਕੇਵਲ ਸਿੰਘ, ਭਾਈ ਹਰਦਿਆਲ ਸਿੰਘ, ਭਾਈ ਹਰੀ ਸਿੰਘ, ਭਾਈ ਧਰਮਵੀਰ ਸਿੰਘ, ਭਾਈ ਰਘਬੀਰ ਸਿੰਘ ਤੇ ਭਾਈ ਰਣਧੀਰ ਸਿੰਘ, ਇਹ 13 ਸਿੰਘ ਹਨ। ਨਾਲ ਦਮਦਮੀ ਟਕਸਾਲ ਦੇ ਕੋਈ ਸਿੰਘ, ਲਗਭਗ 150 ਸਿੰਘਾਂ ਦਾ ਜਥਾ ਇਕੱਠਾ ਹੋ ਕੇ ਤੁਰ ਪਿਆ। ਗੁਰੂ ਰਾਮਦਾਸ ਦੇ ਪਵਿੱਤਰ ਦਰਬਾਰ ਦੇ ਅੰਦਰ ਜਾ ਕੇ ਇਹਨਾਂ ਨੇ ਇੱਕ ਅਰਦਾਸ ਕੀਤੀ, ਪਾਤਸ਼ਾਹ ਅਸੀਂ ਨਰਕ ਧਾਰੀ ਨੂੰ ਸ਼ਾਂਤਮਈ ਤਰੀਕੇ ਨਾਲ ਉਸਦਾ ਸਮਾਗਮ, ਕਿਉਂਕਿ ਜਲੂਸ ਉਸ ਵਕਤ ਖਤਮ ਹੋ ਚੁੱਕਾ ਤੇ ਹੁਣ ਸਮਾਗਮ ਸ਼ੁਰੂ ਹੋ ਗਿਆ ਹੈ, ਅਸੀਂ ਉਹਦਾ ਸਮਾਗਮ ਰੋਕਣ ਵਾਸਤੇ ਚੱਲੇ ਆ। ਇਹ ਕਹਿਣ ਚੱਲੇ ਆ ਕਿ ਤੂੰ ਆਪਣਾ ਪ੍ਰਚਾਰ ਜਿੰਨਾ ਕਰਨਾ ਹੈ ਕਰ, ਪਰ ਤੈਨੂੰ ਹੱਕ ਨਹੀਂ ਤੂੰ ਕਿਸੇ ਦੂਸਰੇ ਦੇ ਧਰਮ ਦੀ ਨਿਖੇਧੀ ਕਰੇ, ਕਿਸੇ ਦੂਸਰੇ ਦੇ ਧਰਮ ਵਿੱਚ ਇੰਟਰਫੇਅਰ ਕਰੇ, ਉਂਗਲ ਕਰੇ। ਤੂੰ ਆਪਣਾ ਪ੍ਰਚਾਰ ਜੋ ਕੂੜ ਪ੍ਰਚਾਰ ਕਰਨਾ ਚਾਹਣਾ ਕਰ, ਪਰ ਤੈਨੂੰ ਕੋਈ ਹੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ 10 ਗੁਰੂ ਸਾਹਿਬਾਨਾਂ ਦੇ ਬਾਰੇ ਜਾਂ ਸਿੱਖ ਮਰਜੀਵੜਿਆਂ ਬਾਰੇ ਮਾੜਾ ਬੋਲੇ, ਤੈਨੂੰ ਕੋਈ ਅਧਿਕਾਰ ਨਹੀਂ। ਇਹ 150 ਸਿੰਘਾਂ ਨੇ ਅਰਦਾਸਾ ਸੋਧਿਆ। ਉਹ ਪੰਡਾਲ ਵੱਲ ਵੱਧ ਗਏ ਜਿੱਥੇ ਨਰਕਧਾਰੀ ਆਪਣਾ ਪੰਡਾਲ ਲਾ ਕੇ ਬੈਠਾ ਹੈ, ਜਿੱਥੇ ਉਹਦੀ ਸ਼ਸਤਰਧਾਰੀ ਫੌਜ, ਜਿਹੜੇ ਉਹਨੇ ਆਪਣੇ ਨਿੱਜੀ ਉਹਦੇ ਚੇਲੇ ਚਾਟੜੇ ਸਨ, ਉਹਦੇ ਵਿੱਚ ਜਿਹੜੀ ਸੈਨਾ ਭਰਤੀ ਕੀਤੀ, ਉਹਨਾਂ ਕੋਲ ਹਰ ਇੱਕ ਕੋਲ ਦੇ ਕੋਲ ਵਾਈਪਨ ਹਨ, ਹਰ ਇੱਕ ਦੇ ਕੋਲ ਹਥਿਆਰ ਨੇ। ਉਹ ਇੱਕ ਪੰਡਾਲ ਦੇ ਇੱਕ ਜਰਨਲਿਸਟ ਹੈ ਦਲਬੀਰ ਸਿੰਘ, ਉਹਦੀ ਇੰਟਰਵਿਊ ਕਿਤੇ ਸੁਣਿਓ, ਉਹਨੇ ਖੁਦ ਅੱਖੀਂ ਡਿੱਠੇ ਹਾਲਾਤ ਆਪਣੇ ਉਸ ਇੰਟਰਵਿਊ ਦੇ ਵਿੱਚ ਦੱਸੇ ਨੇ।
ਡਾਕਟਰ ਅਜਮੇਰ ਸਿੰਘ ਜੀ ਨੇ ਇੱਕ ਪੁਸਤਕ ਛਾਪੀ ਹੈ 20ਵੀਂ ਸਦੀ ਦੀ ਸਿੱਖ ਰਾਜਨੀਤੀ। ਜਿਸ ਵਕਤ ਉਹ ਕਿਤਾਬਾਂ ਨੂੰ ਸੰਗਤਾਂ ਦੇ ਵਿੱਚ ਜਦੋਂ ਲਿਆਂਦਾ ਜਾ ਰਿਹਾ ਸੀ ਤੇ ਉਸ ਵਕਤ ਇੱਕ ਪੱਤਰਕਾਰੀ ਤੇ ਵੀ ਇੱਕ ਕਿਤਾਬ ਆਈ। ਡਾਕਟਰ ਜਮੇਰ ਸਿੰਘ, ਜਰਨਲਿਸਟ ਸਰਦਾਰ ਦਲਬੀਰ ਸਿੰਘ ਅਤੇ ਹੋਰ ਵਿਦਵਾਨ ਮੇਰੀ ਕੌਮ ਦੇ ਉੱਥੇ ਬੈਠੇ ਨੇ। ਉਹ ਸਰਦਾਰ ਦਲਬੀਰ ਸਿੰਘ ਨੇ ਜੋ ਕੁਝ ਉੱਥੇ ਵੇਖਿਆ ਉਹ ਸਾਰਾ ਕੁਝ ਉਸਨੇ ਕੈਮਰੇ ਰਾਹੀਂ ਬਿਆਨ ਕੀਤਾ। ਉਸਨੇ ਆਪਣੀ ਜ਼ੁਬਾਨੀ ਇਹ ਦੱਸਿਆ, ਉਹ ਕਹਿੰਦਾ ਮੈਂ ਜਦੋਂ ਕਾਂਡ ਦੀ ਮੈਂ ਗੱਲ ਤੇ ਵੈਸੇ ਪਹਿਲਾਂ ਕਰਨੀ ਸੀ ਪਰ ਮੈਂ ਉਸ ਦਾ ਟੱਚ ਤੁਹਾਡੇ ਨਾਲ ਸਾਂਝਾ ਕਰਦੇ ਲੱਗਾ ਕਿਉਂਕਿ ਮੇਰੀਆਂ ਅੱਖਾਂ ਸਾਹਮਣੇ ਉਹ ਆ ਗਿਆ। ਉਹ ਕਹਿੰਦਾ ਜਦੋਂ ਇਹ ਕਾਂਡ ਹੋਣ ਤੋਂ ਬਾਅਦ ਮੈਂ ਉੱਥੇ ਪਹੁੰਚਿਆ, ਮੈਂ ਪਹਿਲਾ ਪੱਤਰਕਾਰ ਸਾਂ ਕਹਿੰਦਾ ਜਿਹੜਾ ਉੱਥੇ ਪਹੁੰਚਿਆ। ਮੈਂ ਜਦੋਂ ਉੱਥੇ ਗਿਆ ਤੇ ਜਿਹੜਾ ਆਦਮੀ ਮੈਨੂੰ ਮਿਲਿਆ ਉਸਨੇ ਆਪਣੇ ਆਪ ਨੂੰ ਸਤਿਗੁਰੂ ਦਾ ਜਵਾਈ ਦੱਸਿਆ, ਕਹਿਣ ਤੋਂ ਭਾਵ ਗੁਰਬਚਨੇ ਦਾ ਜਵਾਈ। ਉਹਨੇ ਆਖਿਆ ਮੈਂ ਇਸ ਦਾ ਜਵਾਈ ਹਾਂ ਤੇ ਆਓ ਤੁਹਾਨੂੰ ਮੈਂ ਦੱਸਦਾ ਵੀ ਕੀ ਘਟਨਾ ਵਾਪਰੀ ਹੈ। ਜਦੋਂ ਉਸਨੇ ਇੱਕ ਪੰਡਾਲ ਦੀ ਤਣੀ ਖੋਲੀ ਤੇ ਮਗਰ ਉਸਨੇ ਵੇਖਿਆ ਕਿ ਉੱਤੇ ਸ਼ਸਤਰਾਂ ਨਾਲ ਹਰ ਇੱਕ ਉਸ ਗੁਰਬਚਨੇ ਨਰਕ ਧਾਰੀਏ ਦੇ ਜਿੰਨੇ ਵੀ ਉਸਦੀ ਸੈਨਾ ਸੀ ਉਹਨਾਂ ਦੇ ਕੋਲ ਹਥਿਆਰ ਸਨ। ਤੇ ਉਹ ਜਰਨਲਿਸਟ ਦਲਬੀਰ ਸਿੰਘ ਜੀ ਕਹਿੰਦੇ ਮੈਨੂੰ ਉਸ ਜਦੋਂ ਮੈਂ ਅੱਖੀ ਦੇਖ ਲਿਆ ਨਾ ਸਾਰਾ ਕੁਝ, ਤੇ ਜਿਹੜਾ ਆਪਣੇ ਆਪ ਨੂੰ ਜਵਾਈ ਦੱਸਦਾ ਸੀ ਉਹ ਕਹਿੰਦਾ ਉਹ ਆਪਾਂ ਦੇ ਗਲਤ ਜਗ੍ਹਾ ਤੇ ਆ ਗਿਆ, ਆਪਾਂ ਇੱਧਰ ਨਹੀਂ ਸੀ ਆਉਣਾ। ਕਹਿਣ ਤੋਂ ਭਾਵ ਉਹ ਦਿਖਾਉਣਾ ਨਹੀਂ ਚਾਹੁੰਦੇ ਸਨ ਕਿ ਅੰਦਰ ਕੀ ਸੀ ਤੇ ਕੀ ਹੈ। ਮੈਂ ਬੇਨਤੀ ਕੀਤੀ ਸੀ, ਮੈਂ ਵਿਦਆਊਟ ਐਵੀਡੈਂਸ ਨਹੀਂ ਇਸ ਗੱਲ ਦਾ, ਤੁਹਾਨੂੰ YouTube ਤੋਂ ਇਸ ਦਾ ਹਵਾਲਾ ਮਿਲ ਜਾਵੇਗਾ ਜਿਹੜਾ ਦਲਬੀਰ ਸਿੰਘ ਨੇ ਖੁਦ ਆਪਣੀ ਜ਼ੁਬਾਨ ਤੋਂ ਆਖਿਆ। ਖੈਰ, ਇਹ 150 ਸਿੰਘਾਂ ਦਾ ਜਥਾ ਵਧਿਆ ਤੇ ਅੱਗੇ ਥਾਣੇਦਾਰ ਅਨੂਪ ਸਿੰਘ ਉੱਥੇ ਜੋਸ਼ੀ ਡੀਸੀ ਖਲੋਤਾ ਹੋਇਆ ਹੈ ਤੇ ਸੰਗਤਾਂ ਨੂੰ ਪੁੱਛਿਆ ਗਿਆ ਤੁਸੀਂ ਕਿੱਧਰ ਚੱਲੇ ਹੋ? ਉਹਨਾਂ ਆਖਿਆ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਚੱਲੇ ਹਾਂ, ਵਾਹਿਗੁਰੂ ਜੀ ਦਾ ਜਾਪ ਕਰਦੇ। ਅਸੀਂ ਗੁਰਬਚਨੇ ਨਰਕ ਧਾਰੀਏ ਨੂੰ, ਇਹੀ ਨਿਰੰਕਾਰੀ ਨੂੰ ਕਹਿਣ ਚੱਲੇ ਹਾਂ ਕਿ ਤੂੰ ਆਪਣਾ ਪ੍ਰਚਾਰ ਜਿੰਨਾ ਮਰਜ਼ੀ ਕਰ ਪਰ ਤੈਨੂੰ ਹੱਕ ਨਹੀਂ ਤੂੰ ਗੁਰੂ ਸਾਹਿਬ ਦੇ ਬਾਰੇ ਮਾੜਾ ਬੋਲੇ। ਉਹਨੇ ਆਖਿਆ ਤੁਸੀਂ ਠਹਿਰੋ। ਥਾਣੇਦਾਰ ਅਨੂਪ ਸਿੰਘ ਨੇ, ਮੈਂ ਹੁਣੇ ਜਾ ਕੇ ਇਹ ਤੁਹਾਡਾ ਸੁਨੇਹਾ ਉਸ ਨਿਰੰਕਾਰੀ ਤੱਕ ਪਹੁੰਚਾ ਦੇਣਾ। ਸੰਗਤਾਂ ਨੇ 10 ਮਿੰਟ ਉਡੀਕਿਆ, 20 ਮਿੰਟ, 25 ਮਿੰਟ, ਅੱਧਾ ਘੰਟਾ ਬਤੀਤ ਗਿਆ ਪਰ ਲਾਊਡ ਸਪੀਕਰ ਦੇ ਜ਼ਰੀਏ ਅਜੇ ਵੀ ਉਹ ਗਲਤ ਸ਼ਬਦ ਗੁਰੂ ਸਾਹਿਬਾਨਾਂ ਦੇ ਬਾਰੇ ਉਹ ਸਿੰਘਾਂ ਦੇ ਕੰਨਾਂ ਵਿੱਚ ਪੈ ਰਹੇ ਸਨ। ਜਦੋਂ ਵੇਖਿਆ ਥਾਣੇਦਾਰ ਨਹੀਂ ਆਇਆ, ਡੀਸੀ ਨਹੀਂ ਆਇਆ, ਸਿੰਘਾਂ ਨੇ ਅੱਗੇ ਚਾਲਾ ਪਾਇਆ ਤੇ ਇੱਥੋਂ ਤੱਕ ਇਤਿਹਾਸ ਦੇ ਵਿੱਚ ਅੱਜ ਵੀ ਮੌਜੂਦ ਹੈ। ਪਹਿਲੀ ਗੋਲੀ ਡੀਸੀ ਨੇ ਛੱਡੀ ਤੇ ਬਾਅਦ ਵਿੱਚ ਨਰਕ ਧਾਰੀਆਂ ਦੇ ਚੇਲਿਆਂ ਨੇ ਗੋਲੀਆਂ ਚਲਾਈਆਂ। 13 ਸਿੰਘ ਸ਼ਹੀਦ ਹੋ ਗਏ। 13 ਤਰੀਕ ਸੀ, 13 ਸਿੰਘ ਸ਼ਹੀਦ ਹੋਏ। ਸਾਕਾ ਸੀ 78 ਦਾ ਤੇ 78 ਤੋਂ ਵੱਧ ਜ਼ਖਮੀ ਹੋ ਗਏ। ਫਿਰ ਸਿੰਘ ਉੱਥੇ 13 ਸ਼ਹੀਦ ਹੋਏ। ਜਦੋਂ ਪਤਾ ਲੱਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ, ਗੁਰਚਰਨ ਸਿੰਘ ਟੌੜਾ ਇਤ ਆਦਿਕ ਇਹਨਾਂ ਨੇ ਸਰੂਪ ਇਕੱਠੇ ਕੀਤੇ ਜਿਹੜੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾਏ ਗਏ, ਜਿਹਦੇ ਵਿੱਚੋਂ ਕੁਝ ਸਿੰਘ ਅਜੇ ਜਿਉਂਦੇ ਸਨ ਪਰ ਉਹ 2 ਘੰਟੇ ਡਿਲੇ ਹੋਣ ਦੇ ਕਾਰਨ, ਹਸਪੀਟਲ ਨਾ ਪਹੁੰਚਣ ਦੇ ਕਾਰਨ ਉਸ ਹਸਪਤਾਲ ਤੋਂ ਬਾਹਰ ਉਸ ਟਰੱਕ ਵਿੱਚ ਲੱਦੇ ਹੋਏ ਸ਼ਹੀਦ ਹੋ ਗਏ। ਮੇਰਾ ਨਗਰ ਹੈ ਪਹੁਵਿੰਡ, ਬਾਬਾ ਦੀਪ ਸਿੰਘ ਦਾ ਜਨਮ ਸਥਾਨ, ਤੇ ਮੇਰੇ ਨਗਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਇੱਕ ਨਗਰ ਹੈ ਭਿੱਖੀਵਿੰਡ। ਉਥੋਂ ਦੇ ਸਰਦਾਰ ਹਰਨਾਮ ਸਿੰਘ ਜਿੰਦਾ ਸ਼ਹੀਦ ਦਾ ਖਿਤਾਬ ਸੰਤਾਂ ਨੇ ਉਹਨਾਂ ਨੂੰ ਦਿੱਤਾ ਸੀ। ਉਸ ਠਾਕੇ ਉਸ ਮਾਫੀ ਚਾਹੁੰਦਾ ਹਾਂ, ਉਸ ਸਾਕੇ ਦੇ ਵਿੱਚ ਉਹ ਖੁਦ ਮੌਜੂਦ ਸਨ। ਜਦੋਂ 13 ਸਿੰਘ ਸ਼ਹੀਦ ਹੋ ਗਏ, ਕੋਈ ਕਾਰਵਾਈ ਨਾ ਚੱਲੀ। 3 ਘੰਟੇ ਸਮਾਗਮ, ਇੱਕ ਕਾਂਡ ਵਾਪਰਨ ਤੋਂ ਬਾਅਦ ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉਹ ਨਰਕ ਧਾਰੀਆ ਉਸੇ ਤਰ੍ਹਾਂ ਕਰਦਾ ਰਿਹਾ। ਕਿਸੇ ਉਸ ਨੂੰ ਚੈਲੰਜ ਨਾ ਕੀਤਾ, ਕਿਸੇ ਉਸ ਨੂੰ ਡੱਕਿਆ ਨਾ। ਤੇ ਜਦੋਂ ਸਮਾਗਮ ਉਸਨੇ ਖਤਮ ਕੀਤਾ ਉਦੋਂ ਡੀਸੀ ਆਪਣੀ ਗੱਡੀ ਵਿੱਚ ਬਿਠਾ ਕੇ ਤੇ ਛੰਭੂ ਬਾਰਡਰ ਕ੍ਰਾਸ ਕਰਾ ਕੇ ਆ ਪਾਇਆ ਜ਼ੈਡ ਸਿਕਿਉਰਿਟੀ ਦੇ ਕੇ। ਨਰਕ ਧਾਰੀਆ ਫਰਾਰ ਹੋ ਗਿਆ। ਸੰਤਾਂ ਨੇ ਬਾਅਦ ਵਿੱਚ 23 ਅਪ੍ਰੈਲ ਨੂੰ ਜਿਹੜਾ ਸੰਤ ਮਹਾਂਪੁਰਸ਼ ਸੰਤ ਜਰਨੈਲ ਸਿੰਘ ਖਾਲਸਾ ਨੇ ਇਹਨਾਂ ਦੇ ਦੁਸਹਿਰੇ ਦੇ ਉੱਤੇ ਥਾਂ ਥਾਂ ਤੇ ਸਮਾਗਮ ਕੀਤੇ, ਉਦੋਂ ਐਲਾਨ ਕੀਤਾ ਗਿਆ ਇੱਕ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਵੇ ਜਿਹਦੇ ਵਿੱਚ ਨਰਕ ਧਾਰੀਆਂ ਦਾ ਤੇ ਸਿੱਖਾਂ ਦਾ ਕੋਈ ਆਪਸੀ ਮੇਲ ਜੋਲ ਨਾ ਹੋਵੇ। ਇਹਨਾਂ ਦਾ ਵਾਕਆਊਟ ਕਰ ਦਿਓ, ਬਾਈਕਾਟ ਕਰ ਦਿੱਤਾ ਜਾਵੇ ਇਹਨਾਂ ਦਾ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਸਨ ਆ ਗਿਆ 1979 ਦਾ, ਵੋਟਾਂ ਦਾ ਸੀਜ਼ਨ ਸੀ, ਵੋਟਾਂ ਪੈਣੀਆਂ ਸਨ। ਸਤਿਕਾਰਯੋਗ ਸ਼ਹੀਦ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ, ਔਰ ਉਹ ਭਾਈ ਅਮਰੀਕ ਸਿੰਘ ਨੂੰ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵੱਲੋਂ ਬਿਆਸ ਦੇ ਹਲਕੇ ਤੋਂ ਖੜਾ ਕੀਤਾ ਗਿਆ। ਇਹਨਾਂ ਦੇ ਆਪੋਜ਼ਿਟ ਕੌਣ ਖਲੋਤਾ ਸੀ? ਜੀਵਨ ਸਿੰਘ ਉਮਰਾ ਨੰਗਲ। ਹੁਣ ਜਿਹੜੀ ਨਰਕ ਧਾਰੀ ਦੀ ਵੋਟ ਸੀ, ਰਾਧਾ ਸਵਾਮੀਆਂ ਦੀ ਵੋਟ ਸੀ, ਉਹ ਵੋਟ ਧਿਆਉਣ ਵਾਸਤੇ
ਜਿਹੜੇ ਪਾਸੇ ਤੋਂ ਇਹ ਖਲੋਤੇ ਸਨ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਤੇ ਉਹਨਾਂ ਦੇ ਨਾਲ ਹੱਥ ਮਿਲਾ ਕੇ ਵੋਟਾਂ ਅਸੈਪਟ ਕੀਤੀਆਂ। ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਇੱਕ ਸਟੇਟਮੈਂਟ ਦਿੱਤੀ। ਉਹਨਾਂ ਆਖਿਆ ਤੁਸੀਂ ਕੋਈ ਰਹਿਤਧਾਰੀ ਅੰਮ੍ਰਿਤਧਾਰੀ ਜੀਵਨ ਵਾਲਾ ਸਿੰਘ ਖੜਾ ਕਰੋ, ਬਿਨਾਂ ਪੈਸੇ ਤੋਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਸ ਨੂੰ ਮੈਂ ਜਿਤਾ ਕੇ ਵਿਖਾਵਾਂਗਾ। ਪਰ ਭਾਈ ਅਮਰੀਕ ਸਿੰਘ ਦੀ ਸਪੋਰਟ ਨਾ ਕੀਤੀ ਗਈ, ਜਿਸ ਕਾਰਨ ਉਹਨਾਂ ਵੋਟਾਂ ਵਿੱਚ ਹਾਰ ਹੋਈ। ਮੈਂ ਬੇਨਤੀ ਕੀਤੀ ਸੀ ਵਿਸ਼ੇ ਬੜੇ ਖੁੱਲੇ ਨੇ, ਸਮਾਂ ਬੜਾ ਟਾਈਟ ਹੈ। ਕਿਹੜਾ ਕਿਹੜਾ ਪਹਿਲੂ ਛੂੰ, ਕਿਸੇ ਵਿਦਵਾਨ ਸੱਜਣ ਦਾ ਉਰਦੂ ਦਾ ਸ਼ਾਇਰ ਕਹਿੰਦਾ ਹੈ, एक चाक हो तो सीलू हमदम गरीबा अपना, जालिम ने फाड़ डाला है तार तार करके। कोई एक होवे ते मैं रोवां, किन्ने सारी दिहाड़ी कहंदा जावां शायद जिंदगी मुक जावे, पर ये जेड़े कांड कीते गए ना मुकन। आखिर इसका किरनाक इस तो बाद 13 अप्रैल तो बाद 1978 ਦੇ ਵਿੱਚ 13 ਸਿੰਘ ਕਾਨਪੁਰ ਦੀ ਧਰਤੀ ਦੇ ਫਿਰ ਸਿੰਘਾਂ ਦੇ ਸ਼ਹੀਦ ਕੀਤੇ ਗਏ ਇਹਨਾਂ ਨਰਕਧਾਰੀਆਂ ਵੱਲੋਂ। ਸ਼ਾਇਦ ਆਪ ਜੀ ਨੂੰ ਉਤੀ ਜਾਣਕਾਰੀ ਨਾ ਹੋਵੇ। ਇਸ ਤੋਂ ਬਾਅਦ 3 ਦਿੱਲੀ ਵਿੱਚ ਸ਼ਹੀਦ ਕੀਤੇ ਗਏ। ਸੰਤਾਂ ਨੇ ਆਖਿਆ ਕਾਰਵਾਈ ਸਰਕਾਰ ਕੋਈ ਕਰਦੀ ਨਹੀਂ, ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਫਿਰ ਇਸ ਨੂੰ ਇਲਜ਼ਾਮ ਅਸੀਂ ਦੇਵਾਂਗੇ, ਇਹ ਸਿਰੇ ਅਸੀਂ ਚਾੜਾਂਗੇ। ਪਰ ਹੋਇਆ ਕੀ, ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੀ ਜਗ੍ਹਾ ਬਜਾਏ ਜਿੱਥੇ ਇਹਦਾ ਕੇਸ ਚੱਲਣਾ ਸੀ ਨਰਕਧਾਰੀ ਦਾ, ਇਥੋਂ ਕੇਸ ਚੁੱਕਿਆ ਤੇ ਕਰਨਾਲ ਦੀ ਧਰਤੀ ਤੇ ਲੈ ਕੇ 4 ਜਨਵਰੀ 1980 ਦੇ ਵਿੱਚ ਇਸ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਇਹਦੇ ਨਾਲ 60 ਹੋਰ ਛੱਡੇ ਗਏ ਤੇ ਇਹਦੇ ਚੇਲਿਆਂ ਵੀ ਢੰਡੋਰਾ ਪਿੱਟਿਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ 52 ਛੜਾਏ ਸੀ, ਸਾਡੇ ਸਤਿਗੁਰੂ ਨੇ 60 ਛੜਾਏ ਨੇ। ਪਰ ਸਿੱਖਾਂ ਦੇ ਜ਼ਖਮਾਂ ਤੇ ਲੂਣ ਪਾ ਦਿੱਤਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਖਿਆ ਅਸੀਂ ਸਰਕਾਰ ਨੂੰ ਆਖਿਆ ਸੀ, ਸਰਕਾਰ ਨੇ ਮੰਨੀ ਕੋਈ ਨਹੀਂ, ਇਸ ਨੂੰ ਰਿਹਾ ਵੀ ਕਰ ਦਿੱਤਾ। ਇਹਦੀ ਅਡਵਾਨੀ ਨੇ ਵੀ ਸਪੋਰਟ ਕੀਤੀ, ਇਹਦੀ ਗ੍ਰਹਿ ਮੰਤਰੀ ਨੇ ਵੀ ਸਪੋਰਟ ਕੀਤੀ, ਇਹਦੀ ਬਹੁਤ ਵੱਡੀ ਸਪੋਰਟ ਸਾਡੇ ਲਾਣੇ ਨੇ ਵੀ ਕੀਤੀ। ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਖਲੋ ਕੇ ਕੌਮੀ ਪਰਵਾਨਾਂ ਦੇ ਸਾਹਮਣੇ ਕਹਿੰਦੇ ਜਿਹੜਾ ਇਸ ਨਰਕ ਧਾਰੀਏ ਨੂੰ ਮਾਰੇਗਾ ਹੁਣ ਸੋਨੇ ਦੇ ਨਾਲ ਉਹਨੂੰ ਮੈਂ ਤੋਲਾਂਗਾ। सकदे करदा जो गुरबत ना आया, हुण नाही जर सकदे करदा जो गुरबत ना आया। उठे कोई सिंह सूरा, उठे कोई सिंह सूरा, उसनू किने दिखावे तारे, सोने नाल तोलांगे जेड़ा गुरबत नू मारे, सोने नाल तोलांगे जेड़ा गुरबत नू मारे। जिसने पानी वांग वहाया की जोना मर्दां दा, जे ना मुल उसदा पाया की जोना मर्दां दा, जे ना मुल उसदा पाया। के मोड़ांगे उसने कर्ज चढ़ाए पारे, सोने नाल तोलांगे जेड़ा गुड़ बचने नू मारे, सोने नाल तोलांगे जेड़ा गुड़ बचने नू मारे। शेरां दी जुआ के शेरां दी जुआ के निंदिया साडे गुर दी करदा, बंदा सरकारियो ਸਿੰਘੋ ਤੋਂ
ਦੁਖੀ ਹੈ ਗੁਰੂ ਕਰਦਾ ਉਹ ਗੱਲਾਂ ਨਾਲ ਨਹੀਂ ਕਦੇ ਕੋਈ ਕੌਮ ਬਣਦੀ ਤੇ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਆਸ਼ਿਕ ਕੌਮ ਦੇ ਕੌਮ ਤੋਂ ਵਾਰ ਜਾਣਾ ਆਸ਼ਿਕ ਕੌਮ ਦੇ ਕੌਮ ਤੋਂ ਵਾਰ ਜਾਣਾ ਰੀਝਾਂ ਲਾ ਲੈਂਦੇ ਆਪਣੇ ਬਣਦੀਆਂ ਨੇ ਸ਼ੇਰਾਂ ਦੀ ਜੂਆ ਕੇ ਨਿੰਦਿਆ ਸਾਡੇ ਗੁਰਦੀ ਕਰਦਾ ਬੰਦਾ ਸਰਕਾਰੀਓ ਸਿੰਘੋ ਦੁਖੀ ਹੈ ਗੁਰੂ ਘਰ ਦਾ ਬੰਦਾ ਸਰਕਾਰੀਓ ਸਿੰਘੋ ਦੁਖੀ ਹੈ ਗੁਰੂ ਘਰ ਦਾ ਅਸੀਂ ਪਹਿਲ ਵੀ ਕਰਦੇ ਨਾ ਅਸੀਂ ਪਹਿਲ ਵੀ ਕਰਦੇ ਨਾ ਸਿਰ ਤੇ ਨਹੀਂ ਨਿਉਂਦਾ ਰੱਖਦੇ ਗਿੱਦੜਾਂ ਨੂੰ ਤੱਕ ਕੇ ਤੇ ਪਾਸਾ ਕਦੇ ਸ਼ੇਰ ਨਾ ਵੱਟਦੇ ਗਿੱਦੜਾਂ ਨੂੰ ਤੱਕ ਕੇ ਤੇ ਪਾਸਾ ਕਦੇ ਸ਼ੇਰ ਨਾ ਵੱਟਦੇ ਚਿਰ ਚੁੱਪ ਕਰਕੇ ਮੌਜੀ ਕਰਦੇ ਰਹੇ ਗੁਜ਼ਾਰੇ ਸੋਨੇ ਨਾਲ ਤੋਲਾਂਗੇ ਜਿਹੜਾ ਗੁਰਬਚਨੇ ਨੂੰ ਮਾਰੇ ਸੋਨੇ ਨਾਲ ਤੋਲਾਂਗੇ ਜਿਹੜਾ ਗੁਰਬਚਨੇ ਨੂੰ ਮਾਰੇ ਸੋਨੇ ਨਾਲ ਤੋਲਾਂਗੇ ਜਿਹੜਾ ਗੁਰਬਚਨੇ ਨੂੰ ਮਾਰੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਵੰਗਾਰ ਪਾਈ। ਇਹ ਵੰਗਾਰ ਕੋਈ ਪਹਿਲੀ ਵੰਗਾਰ ਨਹੀਂ ਸੀ, ਇਸ ਤੋਂ ਪਹਿਲਾਂ ਵੀ ਬੜੀਆਂ ਵੰਗਾਰਾਂ ਪਈਆਂ ਸੀ। ਕਦੇ ਸਰਦਾਰ ਸ਼ਾਮ ਸਿੰਘ ਨਾਰਲਾ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ ਵੰਗਾਰ ਪਾਉਂਦਾ ਹੈ, ਤਦ ਜੋੜੀ ਉੜਦੀ ਹੈ ਸਰਦਾਰ ਸੁੱਖਾ ਸਿੰਘ ਤੇ ਸਰਦਾਰ ਮਹਿਤਾਬ ਸਿੰਘ। ਕਦੇ ਜੋੜੀ ਨਿੱਤਰਦੀ ਹੈ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਕਦੇ ਜੋੜੀ ਨਿੱਤਰਦੀ ਹੈ ਬਾਬਾ ਬਿਧੀ ਚੰਦ ਤੇ ਭਾਈ ਬੋੜੂ ਜੀ ਤੇ ਭਾਈ ਜੀਵਨ ਜੀ। ਜੋੜੀਆਂ ਨਿਤਰੀਆਂ ਕਦੇ ਭਾਈ ਸੁੱਕੇ ਤੇ ਭਾਈ ਜਿੰਦੇ ਦੀ ਜੋੜੀ, ਕਦੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੀ ਜੋੜੀ। ਬੜੀਆਂ ਜੋੜੀਆਂ ਨਿੱਤਰ ਕੇ ਮੈਦਾਨੇ ਜੰਗ ਆਈਆਂ। ਜਿਸ ਨੇ ਭਾਜੀ ਚਾੜੀ ਸੀ ਸਿੰਘਾਂ ਨੇ ਉਤਾਰੀ ਵੀ। ਜਿਹੜਾ ਵੀ ਇੱਥੇ ਭਾਜੀ ਚਾੜ ਕੇ ਆਉਂਦਾ ਰਿਹਾ ਉਹਨੂੰ ਨਿਉਂਦਰਾ ਤਲਵਾਰ ਦੀ ਤਕੜੀ ਦੀ ਨੋਕ ਤੇ ਤੋੜ ਕੇ ਦਿੱਤਾ ਜਾਂਦਾ ਰਿਹਾ। ਸੰਤਾਂ ਨੇ ਵੀ ਐਲਾਨ ਕਰ ਦਿੱਤਾ। ਕੋਈ ਮਰਦ ਉੱਠਿਆ ਸਰਦਾਰ ਕਾਬਲ ਸਿੰਘ ਤੇ ਸਰਦਾਰ ਮੇਜਰ ਸਿੰਘ। ਇਹਨਾਂ ਆਖਿਆ ਸਾਨੂੰ ਆਗਿਆ ਦਿਓ, ਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਅੱਗੇ ਕਾਜ ਹੋਵੇਗਾ ਅਸੀਂ ਕਰਨ ਦਾ ਯਤਨ ਕਰਾਂਗੇ। ਦੋਵੇਂ ਸਿੰਘ ਉੱਠੇ ਨੇ, ਦਿੱਲੀ ਪਹੁੰਚ ਗਏ। ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦਿੱਲੀ ਦੀ ਧਰਤੀ ਤੇ ਜਿਹੜਾ ਅਖਾੜਾ ਸਰਦਾਰ ਗਿਆਨ ਸਿੰਘ ਚਲਾਉਂਦੇ ਨੇ, ਤੇ ਸਰਦਾਰ ਗਿਆਨ ਸਿੰਘ ਦੇ ਕੋਲ ਜਾ ਕੇ ਇਹਨਾਂ ਨੇ ਸਾਰੀ ਗੱਲ ਦੱਸੀ। ਉਹਦੇ ਅੰਦਰ ਵੀ ਤੇ ਕਿਤੇ ਗੁਰੂ ਦੇ ਪਾਤਸ਼ਾਹ ਕਿਰਪਾ ਸੀ, ਉਹਦੇ ਅੰਦਰ ਵੀ ਇੱਕ ਦਿਲ ਧੜਕਦਾ ਸੀ ਤੇ ਦਿਲ ਸਿੱਖ ਕੌਮ ਦੇ ਪ੍ਰਤੀ ਧੜਕਦਾ ਸੀ। ਉਹਨੇ ਆਖਿਆ ਇਹ ਮਿਸ਼ਨ ਬਹੁਤ ਵੱਡਾ ਏ, ਸਿਰੇ ਚਾੜਨ ਵਾਸਤੇ ਬੜੀ ਮਿਹਨਤ ਕਰਨੀ ਪਵੇਗੀ, ਮੁਸ਼ੱਕਤ ਕਰਨੀ ਪਵੇਗੀ। ਇਹਦਾ ਸਿੱਟਾ ਕੀ ਨਿਕਲਦਾ ਏ, ਇਸ ਬਾਰੇ ਸਾਨੂੰ ਹੁਣੇ ਸੋਚ ਲੈਣਾ ਚਾਹੀਦਾ ਹੈ। ਭਾਈ ਕਾਬਲ ਸਿੰਘ ਨੇ ਆਖਿਆ ਕੋਈ ਵੀ ਸਿੱਟਾ ਹੋਵੇ ਅਸੀਂ ਇਸ ਮਿਸ਼ਨ ਨੂੰ ਨੇਪਰੇ ਚਾੜਨਾ ਹੈ,
ਅਸੀਂ ਨਰਕਧਾਰੀ ਮਾਰਨਾ ਹੈ। ਗੁਰਬਚਨਾ ਨਰਕਧਾਰੀ, ਹੋਰ ਕੋਈ ਨਹੀਂ, ਕੇਵਲ ਨਰਕਧਾਰੀ ਸਾਡਾ ਟਾਰਗੇਟ ਹੈ। ਜਦੋਂ ਕੋਈ ਬੰਦਾ ਟਾਰਗੇਟ ਮਿੱਥ ਲਵੇ ਨਾ, ਫਿਰ ਉਹਦੇ ਵਾਸਤੇ ਬਹੁਤਾ ਔਖਾ ਨਹੀਂ, ਉਹ ਆਪਣੇ ਮਿੱਥੇ ਹੋਏ ਟਾਰਗੇਟ ਤੇ ਜ਼ਰੂਰ ਪਹੁੰਚਦਾ ਹੈ। ਬੈਠੇ ਹੋ ਨਾ ਤੁਸੀਂ ਦਿੱਲੀ, ਮਾਰ ਕੇ ਚੌਂਕੜੇ ਉੱਥੇ ਦੇਵਤਿਆਂ ਵਾਂਗ ਬੈਠੇ ਜੇ। ਕਿੰਨੀਆਂ ਮੁਸ਼ਕਲਾਂ ਤੁਹਾਡੇ ਤੇ ਆਈਆਂ, ਕਿੰਨੀਆਂ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ, ਅਥਰੂ ਗੈਸ ਦੇ ਗੋਲੇ ਤੁਹਾਡੇ ਤੇ ਸੁੱਟੇ ਗਏ। ਅਸੀਂ ਠੰਡਾ ਬੁਰਜ ਵੀ ਵੇਖਿਆ ਤੇ ਅਸੀਂ ਤੱਤੀ ਲੋਹ ਵੀ ਵੇਖੀ ਹੈ। ਇਹ ਸੋਚਦੇ ਸੀ ਨਾ ਇਹਨਾਂ ਤੋਂ ਠੰਡ ਨਿਕਲਣੀ ਹੈ ਤੇ ਨਾ ਗਰਮੀ ਨਿਕਲਣੀ ਹੈ। ਇਹ ਜਾਣਦੇ ਨਹੀਂ, ਜਦੋਂ ਅਸੀਂ ਕਿਲਿਆਂ ਵਿੱਚ ਘਿਰੇ ਸਾਂ ਅਸੀਂ ਉਦੋਂ ਵੀ ਚੜ੍ਹਦੀ ਕਲਾ ਵਿੱਚ ਸਾਂ, ਤੇ ਹੁਣ ਸੋਚ ਲਓ ਅਸੀਂ ਦਿੱਲੀ ਨੂੰ ਘੇਰਾ ਪਾਇਆ ਹੋਇਆ। ਹੁਣ ਸਾਨੂੰ ਨਹੀਂ ਪਿਆ ਸੀ ਪਾਇਆ ਹੋਇਆ, ਫਰਕ ਬੜਾ ਹੈ। ਉਦੋਂ ਘੇਰੇ ਪੈ ਸੀ ਤੇ ਅਸੀਂ ਤਾਂ ਨਹੀਂ ਡੋਲੇ, ਹੁਣ ਘੇਰਾ ਪਾ ਕੇ ਬੈਠੇ ਅਸੀਂ ਕਿਦਾਂ ਡੋਲ ਜਾਵਾਂਗੇ? ਅੰਤਰ ਤੇ ਹੈ ਨਾ ਕਿਸੇ ਗੱਲ ਦਾ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਜਿਹੜੇ ਇੱਕ ਵੰਗਾਰ ਪਾਉਂਦੇ ਸੀ ਤੇ ਹਜ਼ਾਰਾਂ ਸਿੰਘਾਂ ਦੇ ਜੀਵਨ ਬਦਲ ਜਾਇਆ ਕਰਦੇ ਸੀ। ਤੰਬਾਕੂ ਮਲਣ ਵਾਲੇ ਡਰਾਈਵਰ, ਸ਼ਰਾਬਾਂ ਪੀਣ ਵਾਲੇ ਜਿਹੜੇ ਆਪਣੇ ਆਪ ਨੂੰ ਇਹ ਗੱਲ ਅੱਜ ਵੀ ਐਕਸੈਪਟ ਕਰਦੇ ਨੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਅਸੀਂ ਇੱਕ ਸਪੀਚ ਉੱਤੇ ਤਿਆਰ ਹੋ ਕੇ ਤੇ ਤੰਬਾਕੂ ਵੀ ਛੱਡ ਦਿੱਤਾ, ਅਸੀਂ ਸ਼ਰਾਬ ਵੀ ਛੱਡ ਦਿੱਤੀ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦੀ ਪਾਹੂ ਲੈ ਲਈ, ਅੰਮ੍ਰਿਤ ਛਕ ਲਿਆ। ਝਾਤੀ ਮਾਰਿਓ ਸਿੰਘੋ ਕਿਤੇ, ਇਹ ਅੰਮ੍ਰਿਤ ਅਸੀਂ ਅੱਜ ਕਿਉਂ ਭਜਦੇ ਜਾ ਰਹੇ ਸੀ ਅੰਮ੍ਰਿਤ ਤੋਂ ਦੂਰ? ਕੀ ਕਮੀ ਆ ਗਈ? ਇੱਕ ਬੜਾ ਘੜਿਆ ਘੜਾਇਆ ਜਵਾਬ ਸਾਡੇ ਸਾਹਮਣੇ ਆਉਂਦਾ, ਜੋ ਕਹੀ ਨਾ ਅੰਮ੍ਰਿਤ ਛਕ ਲੈ, ਕੀ ਲੋੜ ਹੈ? ਸਾਡਾ ਮਨ ਸਾਫ਼ ਚਾਹੀਦਾ ਹੈ। ਇੱਕ ਬੇਨਤੀ ਕਰਾਂ, ਦਸਮ ਪਾਤਸ਼ਾਹ ਨੇ ਵੀਰ ਆਸਨ ਹੋ ਕੇ ਦੇ ਭਾਈ ਦਇਆ ਸਿੰਘ ਨੂੰ ਕਿਹਾ ਸੀ, ਮੇਰੇ ਤੇ ਕਿਰਪਾ ਕਰੋ, ਜਿਹੜੀ ਦਾਤ ਤੁਹਾਨੂੰ ਮਿਲੀ ਉਹ ਮੈਨੂੰ ਵੀ ਮਿਲ ਜਾਵੇ। ਸਵਾਲ ਪੈਦਾ ਹੁੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਮਨ ਕਿਹਦਾ ਸਾਫ਼ ਹੋਵੇਗਾ, ਜਿਹੜਾ ਪੌਣੇ 9 ਸਾਲ ਦੀ ਉਮਰ ਵਿੱਚ ਦੁਖੀਆਂ ਦੀ ਖਾਤਰ ਆਪਣੇ ਬਾਪ ਨੂੰ ਤੋੜ ਦਵੇ? ਇਹ ਤੋਂ ਵੱਡਾ ਮਨ ਸਾਫ਼ ਕਿਸ ਦਾ ਹੋਵੇਗਾ? ਉਸ ਗੁਰੂ ਨੂੰ ਆਖਿਆ ਭਾਈ ਦਇਆ ਸਿੰਘ ਨੇ, ਮਹਾਰਾਜ ਅੰਮ੍ਰਿਤ ਸਸਤਾ ਨਹੀਂ ਮਿਲਦਾ, ਅਸੀਂ 5 ਸੇਰ ਦਿੱਤੇ ਨੇ, ਗੋਬਿੰਦ ਸਿੰਘ ਕੀ ਦਵੇਗਾ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਖਾਲਸਾ ਜੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਬਣਾ ਦਿਓ, ਤੁਹਾਡੇ ਨਾਲ ਵਾਅਦਾ ਕਰਦਾ ਤੁਸੀਂ 5 ਸੇਰ ਦਿੱਤੇ ਨੇ, ਵਕਤ ਆਇਆ ਮੈਂ ਪੂਰਾ ਸਰਬੰਸੀ ਕੌਮ ਦੇ ਲੇਖੇ ਲਾ ਦਿਆਂਗਾ। ਸਿੰਘੋ ਇਹ ਗੱਲਾਂ ਕੇਵਲ ਕੰਨ ਰਸ ਨਹੀਂ ਜੀ, ਇਹ ਨਹੀਂ ਕਿ ਤੁਸੀਂ ਸਮਾਗਮ ਬਣਾਇਆ, ਅਸੀਂ ਸੁਣਿਆ ਸੁਣਾਇਆ ਤੇ ਚਲੇ ਗਏ ਤੇ ਇਹ ਕਹਤਾ ਵਾਹ ਵਾਹ ਜਥੇ ਬੜੇ ਵਧੀਆ ਆਏ, ਬੜਾ ਸੋਹਣਾ ਬੋਲਿਆ। ਨਹੀਂ, ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ ਬੜਾ ਵੱਡਾ ਅੰਤਰ ਜੇ ਕਦੀ ਵਿਚਾਰਿਆ ਵੀ ਕਰੀਏ। ਇਹਨੂੰ ਵਿਚਾਰਨ ਦੀ ਵੀ ਅੱਜ ਲੋੜ ਜੇ, ਇਹਦੇ ਉੱਤੇ ਪਹਿਰਾ ਦੇਣ ਦੀ ਵੀ ਲੋੜ ਜੇ। ਗੁਰੂ ਕੀ ਸੰਗਤ ਭਾਈ ਕਾਬਲ ਸਿੰਘ ਨੇ ਜਦੋਂ ਗੱਲ ਗਿਆਨ ਸਿੰਘ ਜੀ ਦੇ ਨਾਲ ਕੀਤੀ, ਗਿਆਨ ਸਿੰਘ ਜੀ ਨੇ ਆਖਿਆ ਮੇਰੇ ਅਖਾੜੇ ਵਿੱਚ ਆਉਂਦਾ ਸਰਦਾਰ ਰਣਜੀਤ ਸਿੰਘ। ਅੱਜ ਮੇਰੀ ਸਵੇਰੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਉਹਨਾਂ ਨਾਲ ਗੱਲ ਹੋਈ, ਪਰਸੋਂ ਆ ਵੀ ਰਹੇ ਨੇ ਸ਼ਾਇਦ ਤੁਹਾਡੇ ਕੋਲ, ਇੱਥੇ ਸੰਗਤਾਂ ਦਰਸ਼ਨਦਾਰੇ ਕਰਨ ਲਈ ਪਰਸੋਂ ਆ ਰਹੇ ਨੇ। ਮੇਰੀ ਉਹਨਾਂ ਦੇ ਨਾਲ ਗੱਲ ਹੋਈ, ਮੈਨੂੰ ਬਹੁਤ ਕੁਝ ਉਹਨਾਂ ਦੱਸਿਆ। ਹੁਣ ਸਮੇਂ ਦੀ ਤੰਗੀ ਕਾਰਨ ਮੈਂ ਬਹੁਤ ਕੁਝ ਖੋਲ ਵੀ ਨਹੀਂ ਸਕਦਾ ਤੇ ਕੁਝ ਉਹਨਾਂ ਦੇ ਜੀਵਨ ਤੇ ਨਿੱਜੀ ਸਵਾਲ ਵੀ, ਮਤਲਬ ਜੋ ਕੁਝ ਉਹ ਆਪ ਦੱਸ ਸਕਦੇ ਨੇ ਸ਼ਾਇਦ ਅਸੀਂ ਉਸ ਨੂੰ ਬਹੁਤਾ ਬਿਆਨ ਨਹੀਂ ਕਰ ਸਕਦੇ, ਕਿਉਂਕਿ ਗੁਰੂ ਪਾਤਸ਼ਾਹ ਦੀ ਕਿਰਪਾ ਹੈ, ਜੋ ਕੁਝ ਉਹਨਾਂ ਨਾਲ ਵਰਤਾਰਾ ਹੋ ਰਿਹਾ, ਜੋ ਕੁਝ ਹੋਇਆ ਉਸ ਬਾਰੇ ਦੇ ਚੰਗੀ ਤਰ੍ਹਾਂ ਉਹੀ ਜਾਣਦੇ ਨੇ ਤੇ ਉਹੀ ਦੱਸ ਸਕਦੇ ਨੇ। ਮੈਂ ਕੇਵਲ ਇਸ਼ਾਰਾ ਕਰ ਲੱਗਾ। ਗਿਆਨ ਸਿੰਘ ਜੀ ਨੇ ਗੱਲ ਕੀਤੀ ਭਾਈ ਰਣਜੀਤ ਸਿੰਘ ਦੇ ਨਾਲ, ਰੱਬ ਨੇ ਬਿੱਦ ਬਣਾਈ, ਇਹ ਨਿਰੰਕਾਰੀ ਭਵਨ ਪਹੁੰਚ ਗਿਆ। ਹੁਣ 4-5 ਮਹੀਨੇ ਦਾ ਮਿਸ਼ਨ ਸੀ, ਬੜਾ ਵੱਡਾ ਮਿਸ਼ਨ ਹੈ। ਇਹਦੇ ਵਿੱਚ ਰਾਬਤਾ ਹੁੰਦਾ ਰਿਹਾ, ਕਿਵੇਂ ਉਹ ਡਾਕਟਰ ਦੇ ਜ਼ਰੀਏ ਵੀ ਉਸ ਕੋਠੀ ਵਿੱਚ ਪਹੁੰਚੇ, ਉੱਥੇ ਕਿਸ ਤਰ੍ਹਾਂ ਇਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਭਾਈ ਕਾਬਲ ਸਿੰਘ ਸਾਥ ਦੇ ਰਿਹਾ ਹੈ। ਆਖਿਰ ਇੱਕ ਦਿਨ ਆਇਆ ਜਦੋਂ ਇੱਕ ਲੱਕੜ ਦੇ ਵਿੱਚ, ਕਿਉਂਕਿ ਜਿਹੜਾ ਵਾਈਪਨ ਹੈ ਨਾ ਉਹ ਲੱਕੜ ਦੇ ਵਿੱਚ ਛੇਤੀ ਕਰਕੇ ਉਹ ਸਕੈਨ ਨਹੀਂ ਹੋ ਸਕਦਾ, ਉਸ ਵਕਤ ਇਨੀ ਟੈਕਨੋਲੋਜੀ ਵੀ ਨਹੀਂ ਸੀ, ਅੱਜ ਤੇ ਬਹੁਤ ਕੁਝ ਹੁੰਦਾ ਜਾ ਰਿਹਾ ਖੈਰ, ਪਰ ਉਸ ਲੱਕੜ ਦੇ ਵਿੱਚ ਫਿੱਟ ਕਰਕੇ ਕਾਰਬਾਈਨ ਕੁਝ ਹੋਰ ਅਸਲਾ ਉਹ ਭਾਈ ਰਣਜੀਤ ਸਿੰਘ ਜੀ ਨੇ ਇੱਕ ਕਿਸੇ ਜ਼ਰੀਏ ਉਸ ਕੋਠੀ ਤੱਕ ਪਹੁੰਚਾਇਆ। ਹੁਣ ਉਡੀਕ ਕਰਦੇ ਨੇ ਕਿਹੜੇ ਵੇਲੇ ਨਰਕਧਾਰੀਆ ਆਵੇ ਤੇ 13 ਸਿੰਘਾਂ ਦਾ ਖੂਨ ਦਾ ਬਦਲਾ ਲਿਆ ਜਾਵੇ। ਕਰਨੀ ਕਾਦਰ ਦੀ ਵਕਤ ਨੇੜੇ ਆ ਗਿਆ। ਨਰਕਧਾਰੀਆ ਕਿਸੇ ਸਮਾਗਮ ਤੋਂ ਪਹੁੰਚਿਆ ਤੇ ਜਦੋਂ ਭਾਈ ਰਣਜੀਤ ਸਿੰਘ ਨੇ ਵੇਖਿਆ, ਉਹਦੀ ਤਾਕੀ ਡਰਾਈਵਰ ਨੇ ਖੋਲੀ, ਉਹਨੇ ਬਾਹਰ ਰੱਖਿਆ ਪੈਰ,
ਭਾਈ ਰਣਜੀਤ ਸਿੰਘ ਦੇ ਨਿਸ਼ਾਨੇ ਤੇ ਸੀ। ਭਾਈ ਰਣਜੀਤ ਸਿੰਘ ਨੇ ਲਲਕਾਰ ਕੇ ਆਖਿਆ, ਉਹ ਨਰਕ ਧਾਰਿਆ, 13 ਸਿੰਘਾਂ ਦਾ ਖੂਨ ਪੀਣ ਵਾਲਿਆ ਜਲਾਦਾ, ਯਾਦ ਕਰ ਅਖੀਰੀ ਵਾਰ ਰੱਬ ਨੂੰ ਜਿਹਦੀ ਦਰਗਾਹ ਵਿੱਚ ਆਪਣੇ ਨਰਕਾਂ ਦਾ ਹਿਸਾਬ ਦੇਣ ਵਾਸਤੇ ਚੱਲਿਆ ਹੈ। ਸਰਦਾਰ ਰਣਜੀਤ ਸਿੰਘ ਨੇ ਕਰਕੇ ਕਾਰਬਨ ਸਿੱਧੀ ਨਰਕ ਧਾਰੀ ਦੀ ਹਿੱਕ ਵਿੱਚ ਗੋਲੀ है।
ओ तू भाग ले जिधर भी भजना ओ बंद हो गए तेरी जिंदगी दे राह इंडिया के दबाया घोड़ा सूर में इंडिया के दबाया घोड़ा सूर में ओ मुखो पिता दशमेश नो दया गोली निकली अगार वार पाखरी